ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋੜੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਰਮ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸੋਹਣੇ ਮਨ ਨੂੰ ਮੋਹਣ ਵਾਲੇ ਜਿਹੜੇ ਦਰਸ਼ਨ ਨੇ ਉਹ ਆਪ ਜੀ ਕਰ ਰਹੇ ਹੋ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂਦੇਵ ਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਧਿਰਿਆਂ ਦੀ ਧਿਰ ਨਿਆਸਰਿਆਂ ਦੇ ਆਸਰੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਜਸ ਹੈ। ਜਿੱਥੇ ਆਮ ਪੁਰਸ਼ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਹੈ
ਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਆ ਨਾ, ਉੱਥੇ ਰੱਬੀ ਤਾਕਤਾਂ ਵੀ ਮਹਾਰਾਜ ਜੀ ਦੀ ਆਗਿਆ ਵਿੱਚ ਰਹਿੰਦੀਆਂ ਨੇ ਜੀ। ਭੱਟ ਸਾਹਿਬਾਨ ਬਾਣੀ ਵਿੱਚ ਲਿਖਦੇ ਆ, ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਸੁੱਤ ਭਾਨ ਡਰਿਓ। ਸੁੱਤ ਭਾਨ ਸੂਰਜ ਦਾ ਪੁੱਤਰ ਮੰਨਿਆ ਗਿਆ ਧਰਮ ਰਾਜੇ ਨੂੰ ਜੀ। ਕਹਿੰਦੇ ਜਿਹੜਾ ਧਰਮ ਰਾਜਾ ਹੈ ਨਾ, ਇਹ ਵੀ ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਡਰਦਾ ਹੈ। ਗੁਰੂ ਅਮਰਦਾਸ ਜੀ ਦਾ ਨਾਮ ਬੜਾ ਵੱਡਾ, ਬੜੇ ਬੜੇ ਰੋਗ ਦੁੱਖ ਕਲੇਸ਼ ਜਿਹੜੇ ਆ ਨਾ, ਤਈਏ ਤਾਪ ਵਰਗੇ, ਉਹ ਵੀ ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਡਰਦੇ ਆ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਬਹੁਤ ਵੱਡਾ ਪ੍ਰਤਾਪ, ਇੰਨਾ ਵੱਡਾ ਪ੍ਰਤਾਪ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਕਿ ਮਹਾਰਾਜ ਗਰੀਬ ਨਵਾਜ ਜੀ ਦਾ ਨਾਮ ਲੈਣ ਵਾਲੇ ਨੂੰ ਹੀ ਜੰਮ ਛੱਡ ਦਿੰਦਾ ਹੈ ਜੀ, ਨਾਮ ਲੈਣ ਵਾਲੇ ਨੂੰ। ਸੋ ਮਹਾਰਾਜ ਗਰੀਬ ਨਵਾਜ ਜੀ ਦੀ ਪਵਿੱਤਰ ਕਥਾ ਆਪ ਜੀ ਨੇ ਸਰਵਣ ਕੀਤੀ। ਗੁਰੂ ਰਾਮਦਾਸ ਸਾਹਿਬ ਜੀ ਨੂੰ ਜਗਤ ਦੀ ਗੁਰਤਾ ਦੇ ਕੇ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਸਰੀਰ ਤਿਆਗਣ ਦੀ ਪਹਿਲਾਂ ਤਿਆਰੀ ਕੀਤੀ ਜੀ। ਆਪ ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸਿੱਖੋ ਜਾਓ ਲੱਕੜਾਂ ਲੈ ਆਓ, ਸਾਡੇ ਸਰੀਰ ਦਾ ਸੰਸਕਾਰ ਕਰਨਾ ਤੁਸੀਂ ਜੀ। ਸਿੱਖ ਨਾਲੇ ਤੇ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰਨ, ਨਾਲੇ ਬੈਰਾਗ ਕਰਨ ਜੀ। ਸਤਿਗੁਰੂ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਕੋਲ ਸੱਦ ਲਿਆ। ਬਾਬਾ ਮੋਹਰੀ ਜੀ ਦੇ ਨਾਲ ਮਹਾਰਾਜ ਜੀ ਦੇ ਬਚਨ ਹੋਏ, ਉਹ ਸਾਰੇ ਤੁਸੀਂ ਸੁਣੇ ਜੀ। ਮਹਾਰਾਜ ਜੀ ਨੇ ਬਾਬਾ ਮੋਹਰੀ ਜੀ ਨੂੰ ਆਖਿਆ, ਬਾਬਾ ਮੋਹਰੀ ਤੇਰੀਆਂ 42 ਕੁੱਲਾਂ ਤਰਨਗੀਆਂ, ਕਹਿਣ ਲੱਗੇ। ਸੋ ਮਹਾਰਾਜ ਗਰੀਬ ਨਵਾਜ ਜੀ ਸਾਰਿਆਂ ਨੂੰ ਮਿਲ ਕੇ ਦਰਸ਼ਨ ਦੇ ਕੇ ਅਖੀਰਲੇ ਸਮੇਂ ਭਾਈ ਦਾਤੂ ਜੀ ਵੀ ਮਹਾਰਾਜ ਦੇ ਕੋਲ ਆਏ ਜੀ। ਭਾਈ ਦਾਤੂ ਜੀ ਵੀ ਆਏ, ਉਹਨਾਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਕੀ ਬਣੇਗਾ, ਮੈਂ ਲੱਤ ਨਾਲ ਤੁਹਾਡੀ ਬੇਅਦਬੀ ਕੀਤੀ ਸੀ। ਮਹਾਰਾਜ ਕਹਿਣ ਲੱਗੇ, ਰਾਮਦਾਸ ਜੀ ਦੇ ਪੁੱਤਰ ਜਦੋਂ ਗੁਰੂ ਬਣਨਗੇ ਅਰਜਨ ਜੀ, ਉਹ ਤੇਰੀ ਲੱਤ ਨੂੰ ਹੱਥ ਲਾਉਣਗੇ, ਤੇਰੀ ਲੱਤ ਠੀਕ ਹੋ ਜਾਏਗੀ ਜੀ। ਇਤਿਹਾਸ ਵਿੱਚ ਇੱਕ ਹੋਰ ਬਚਨ ਹੈ, ਬਾਬਾ ਮੋਹਣ ਜੀ ਪਹਿਲਾਂ ਤੇ ਉਹਨਾਂ ਨੇ ਮਹਾਰਾਜ ਨੂੰ ਮੱਥਾ ਨਾ ਟੇਕਿਆ ਜੀ, ਗੁਰੂ ਰਾਮਦਾਸ ਜੀ ਨੂੰ। ਫਿਰ ਉਹ ਜਦੋਂ ਸਮਾਧੀ ਲਾਉਣ ਨਾ, ਉਹਨਾਂ ਦੀ ਸਮਾਧੀ ਨਾ ਲੱਗੇ ਜੀ। ਇੱਕ ਗੱਲ ਚੇਤਾ ਰੱਖਿਓ, ਨਾਮ ਜਪਣ ਵਾਲਾ ਜਿਹੜਾ ਬੰਦਾ ਹੈ ਨਾ ਜੀ, ਉਹਦੇ ਕੋਲੋਂ ਗਲਤੀ ਹੋ ਜਾਵੇ, ਉਹਨੂੰ ਆਪੇ ਹੀ ਪਤਾ ਲੱਗ ਜਾਂਦਾ ਜੀ। ਪਤਾ ਕਿਉਂ ਜੀ? ਕਿਉਂਕਿ ਫਿਰ ਮੁੜ ਨਾਮ ਜਪਣ ਵਿੱਚ ਉਹਦਾ ਧਿਆਨ ਨਹੀਂ ਜੁੜਦਾ ਜੀ। ਜਦੋਂ ਨਾਮ ਜਪਣ ਵਾਲੇ ਦਾ ਨਾਮ ਜਪਣ ਵਿੱਚ ਧਿਆਨ ਲੱਗੇ ਹੀ ਨਾ, ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਅੱਜ ਮੇਰੇ ਕੋਲੋਂ ਕੋਈ ਭੁੱਲ ਹੋਈ ਗਿਆ, ਮੇਰਾ ਬਾਣੀ ਪੜ੍ਹਨ ਵਿੱਚ ਧਿਆਨ ਨਹੀਂ ਜੁੜ ਰਿਹਾ ਜੀ। ਕਈ ਵਾਰੀ ਜਦੋਂ ਸਾਡੇ ਕੋਲੋਂ ਭੁੱਲ ਹੋ ਜਾਂਦੀ ਹੈ ਨਾ ਸੰਗਤ ਜੀ, ਸਾਡਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ ਜੀ। ਕਈ ਵਾਰੀ ਬੜਾ ਰਸ ਬਣਦਾ ਹੈ, ਬੜਾ ਆਨੰਦ ਬਣਦਾ ਹੈ। ਇਹਦਾ ਤੱਤ ਭਾਵ ਜ਼ਰੂਰ ਸੁਣਿਓ। ਇਹਦਾ ਭਾਵ ਪਤਾ ਕੀ ਹੈ? ਸਾਨੂੰ ਜੀਵਾਂ ਨੂੰ ਕਦੀ ਕਦੀ ਬਾਣੀ ਦਾ ਰਸ ਆਉਂਦਾ, ਕਦੀ ਕਦੀ ਨਾਮ 'ਚ ਧਿਆਨ ਲੱਗਦਾ। ਕਿਉਂ? ਭੁੱਲਾਂ ਤੇ ਸਾਡੀਆਂ ਬਹੁਤ ਨੇ। ਕਈ ਵਾਰੀ ਕੋਈ ਚੰਗਾ ਕਰਮ ਹੋਇਆ ਹੁੰਦਾ ਜਿਹਦੇ ਕਰਕੇ ਬਾਣੀ ਵਿੱਚ ਸਾਨੂੰ ਆਨੰਦ ਆਉਂਦਾ ਜੀ। ਮੈਂ ਇੱਕ ਗੁਰਮੁਖਾਂ ਕੋਲ ਬੈਠਾ ਹਾਂ ਤੇ ਇੱਥੋਂ ਤੱਕ ਕਹਿਣ ਲੱਗੇ, ਕਹਿੰਦੇ ਗਿਆਨੀ ਜੀ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਦਿੰਦਾ ਵੀ ਸਾਡੀ ਸੁਰਤ ਜੁੜ ਰਹੀ ਜਾਂ ਨਹੀਂ ਜੁੜ ਰਹੀ। ਇਸ ਗੱਲ ਵੱਲ ਵੀ ਧਿਆਨ ਨਹੀਂ ਦਿੰਦੇ। ਬਸ ਪਤਾ ਉਹਨਾਂ ਨੂੰ ਵੀ ਪੜ੍ਹਨਾ ਹੈ, ਤੋ ਪੜ੍ਹੀ ਜਾਂਦੇ। ਚੰਗੀ ਗੱਲ ਹੈ, ਫਲ ਮਿਲੇਗਾ। ਪਰ ਜਿਨ੍ਹਾਂ ਤੇ ਗੁਰੂ ਜੀ ਮਿਹਰ ਕਰਦੇ ਆ ਨਾ, ਉਹਨਾਂ ਦਾ ਧਿਆਨ ਇਸ ਪਾਸੇ ਜਾਂਦਾ ਵੀ ਮੈਂ ਨਾਮ ਜਪ ਰਿਹਾ, ਮੇਰੀ ਸੁਰਤ ਵੀ ਜੁੜੇ। ਗੱਜ ਕੇ ਆਖੋ ਮੇਰੀ ਸੁਰਤ ਜੁੜੇ। ਜਿਨ੍ਹਾਂ ਦੇ ਚੰਗੇ ਭਾਗ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਜੀ, ਆਮ ਬੰਦੇ ਨੂੰ ਨਹੀਂ ਹੁੰਦਾ ਜੀ। ਕਹਿੰਦੇ ਬਾਬਾ ਮੋਹਣ ਜੀ ਦੀ ਸੁਰਤ ਜੁੜਨੀ ਹਟ ਗਈ। ਬਾਬਾ ਮੋਹਣ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਕੇ ਤਰਲਾ ਲਿਆ, ਮਹਾਰਾਜ ਮੇਰੀ ਤੇ ਸੁਰਤ ਜੁੜਨੋਂ ਹੀ ਹਟ ਗਈ ਹੈ, ਹੁਣ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਮੋਹਣ ਜੀ ਜਿਹੜੇ ਕਿਰਪਾ ਕਰਨ ਵਾਲੇ ਨੇ ਉਹ ਗੁਰੂ ਰਾਮਦਾਸ ਜੀ ਨੇ ਆਉਣਾ, ਮੈਂ ਨਹੀਂ ਕਿਰਪਾ ਕਰਨੀ। ਹੁਣ ਉਹ ਗੁਰਤਾ ਗੱਦੀ ਦੇ ਮਾਲਕ ਨੇ, ਸਤਿਗੁਰੂ ਨੇ, ਪਰਮੇਸ਼ਰ ਨੇ।
ਬਾਕੀ ਕੋਈ ਗੱਲ ਨਹੀਂ, ਉਦੋਂ ਤੇ ਤੁਸੀਂ ਨਮਸਕਾਰ ਨਹੀਂ ਕੀਤੀ। ਅੱਜ ਤੁਹਾਨੂੰ ਬਾਣੀ ਦੀਆਂ ਪੋਥੀਆਂ ਦੇ ਦੇਣ ਲੱਗੇ ਆ, ਇਹ ਪੋਥੀਆਂ ਰੱਖ ਲਿਓ। ਇਹਨਾਂ ਦੇ ਪੁੱਤਰ ਗੁਰੂ ਅਰਜਨ ਜੀ ਜਦੋਂ ਆਉਣਗੇ ਉਹਨਾਂ ਨੂੰ ਪੋਥੀਆਂ ਦੇਣੀਆਂ, ਹੋਰ ਕਿਸੇ ਨੂੰ ਨਹੀਂ ਦੇਣੀਆਂ ਜੀ। ਇਸੇ ਕਰਕੇ ਬਾਬਾ ਮੋਹਨ ਜੀ ਨੇ ਬਾਬਾ ਬੁੱਢਾ ਜੀ ਦੇ ਜਾਣ ਉੱਤੇ ਵੀ ਪੋਥੀਆਂ ਨਹੀਂ ਸੀ ਦਿੱਤੀਆਂ। ਲੜੀਵਾਰ ਕਥਾ 'ਚ ਅੱਗੇ ਜਾ ਕੇ ਜ਼ਿਕਰ ਆਏਗਾ। 22 ਸਾਲ 5 ਮਹੀਨੇ ਤੇ 11 ਦਿਨ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੱਜੇ ਜੀ। ਕਥਾ ਬੜੀ ਲੰਮੀ ਹੋ ਜਾਣੀ ਹੈ, ਅਸੀਂ ਲੜੀਵਾਰ ਕਥਾ ਤੋਰਨੀ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 923 ਅੰਗ ਦੇ ਉੱਤੇ ਇੱਕ ਬਾਣੀ ਦਰਜ ਹੈ, ਜਿਹਨੂੰ ਰਾਮਕਲੀ ਸੱਦ ਕਹਿੰਦੇ ਆ ਜੀ। ਗੁਰੂ ਅਮਰਦਾਸ ਜੀ ਦੇ ਪੋਤਰੇ ਨੇ ਬਾਬਾ ਆਨੰਦ ਜੀ। ਬਾਬਾ ਆਨੰਦ ਜੀ ਦੇ ਜਨਮ ਦੀ ਤੁਸੀਂ ਕਥਾ ਸੁਣੀ ਹੈ, ਜਿਨ੍ਹਾਂ ਨੂੰ ਆਨੰਦ ਸਾਹਿਬ ਗਿਫਟ ਦੇ ਵਿੱਚ ਮਹਾਰਾਜ ਨੇ ਦਿੱਤਾ ਸੀਗਾ ਜੀ। ਅੱਗੋਂ ਆਨੰਦ ਜੀ ਦੇ ਪੁੱਤਰ ਨੇ ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ ਦੀ ਬਾਣੀ ਹੈ, ਔਰ ਮਹਾਂਪੁਰਖ ਤੇ ਉਹਨਾਂ ਨੂੰ ਭਗਤ ਸੁੰਦਰ ਜੀ ਕਹਿੰਦੇ ਆ। ਸ਼ੁਰੂ ਤੋਂ ਬ੍ਰਹਮ ਗਿਆਨੀ ਸਨ ਬਾਬਾ ਸੁੰਦਰ ਜੀ। ਉਹ ਕਾਫੀ ਵੱਡੇ ਹੋ ਚੁੱਕੇ ਸਨ। 22 ਸਾਲਾਂ ਵਿੱਚ ਬਹੁਤ ਕੁਝ ਹੁੰਦਾ ਸੰਗਤ ਜੀ। ਉਹਨਾਂ ਜੋ ਵੇਖਿਆ ਨਾ, ਗੁਰੂ ਅਰਜਨ ਦੇਵ ਜੀ ਜਦੋਂ ਪਹੁੰਚੇ ਗੋਇੰਦਵਾਲ ਸਾਹਿਬ ਪੋਥੀਆਂ ਲੈਣ ਵਾਸਤੇ, ਜੋ ਵੇਖਿਆ ਉਹ ਸਾਰਾ ਕੁਝ ਦੱਸਿਆ ਤੇ ਉਹ ਬਾਣੀ ਉਚਾਰੀ ਬਾਬਾ ਵਾਹਿਗੁਰੂ ਸੁੰਦਰ ਜੀ ਨੇ ਜੀ। ਬਾਬਾ ਸੁੰਦਰ ਜੀ ਦੁਆਰਾ ਉਚਾਰਨ ਬਾਣੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਾਬੇ ਆਨੰਦ ਜੀ ਦੇ ਪੁੱਤਰ ਸਨ, ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ ਜੀ ਬਾਬਾ ਸੁੰਦਰ ਜੀ। ਫਿਰ ਹੋਰ ਸੁਣੋ, ਬਾਣੀ ਦੀ ਆਰੰਭਤਾ ਹੁੰਦੀ ਰਾਮਕਲੀ ਸੱਦ। ਸੱਦ ਕਿਹਨੂੰ ਕਹਿੰਦੇ ਆ? ਸੱਦ ਨਾਮ ਸੰਤਾਂ ਦਾ ਵੀ ਹੈ, ਕਿਉਂਕਿ ਉਸ ਬਾਣੀ ਦੀਆਂ 6 ਪੌੜੀਆਂ ਨੇ ਤੇ 6 ਪੌੜੀਆਂ ਜਿਹੜੀਆਂ ਨੇ ਉਹ ਛੰਤਾਂ ਦੇ ਹਿਸਾਬ ਨਾਲ ਸੱਦ ਦਾ ਅਰਥ ਛੰਤ ਵੀ ਹੈ, ਪਰ ਮਹਾਂਪੁਰਖ ਜੋ ਸੱਦ ਦਾ ਅਰਥ ਕਰਦੇ ਹੈ, ਸੱਦ ਦਾ ਅਰਥ ਕਰਦੇ ਸੱਦਾ, ਪਰਮੇਸ਼ਰ ਦੇ ਘਰ ਦਾ। ਜਦੋਂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਰੱਬ ਦੇ ਘਰ ਦਾ ਸੱਦਾ ਆਇਆ ਨਾ ਜੀ, ਉਹ ਸੱਦਾ ਕਿਵੇਂ ਆਇਆ, ਕੀ ਹੋਇਆ, ਉਹ ਬਾਬਾ ਸੁੰਦਰ ਜੀ ਨੇ ਬਾਣੀ ਲਿਖੀ ਜੀ ਸਾਰੀ ਜੀ। ਮੌਕੇ ਦੇ ਗਵਾਹ ਸਨ ਜੀ ਬਾਬਾ ਸੁੰਦਰ ਜੀ। ਜਗ ਦਾਤਾ ਸੋਏ ਭਗਤ ਬਛਲ ਤੇ ਹੋਲੋਏ, ਇਹ ਸਾਰਾ ਕੁਝ ਸਾਧ ਸੰਗਤ ਜੀ ਆਉਂਦਾ ਹੈ ਉਸ ਬਾਣੀ ਵਿੱਚ। ਤੇ ਮੁੱਖ ਗੱਲ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਧਾਇਆ। ਮਹਾਰਾਜ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਨੇ ਸਾਰੇ ਪਰਿਵਾਰ ਨੂੰ ਸੱਦਿਆ। ਪਰਿਵਾਰ ਨੂੰ ਸੱਦ ਕੇ ਜੋ ਆਖਿਆ ਉਹ ਕੱਲ ਕਥਾ ਵਿੱਚ ਵੀ ਆਇਆ ਸੀ। ਮਹਾਰਾਜ ਨੇ ਕਿਹਾ ਸੀ, ਭਾਈ ਰੱਬ ਦਾ ਨਾਮ ਜਪਣਾ ਹੈ। ਬਾਬਾ ਮੋਹਰੀ ਜੀ ਨੇ ਅੱਗੇ ਆ ਕੇ ਆਖਿਆ, ਮਹਾਰਾਜ ਤੁਸੀਂ ਮੈਨੂੰ ਵਰ ਤੇ ਬੜੇ ਦਿੱਤੇ ਐ, ਪਰ ਜਮਾਂ ਦਾ ਡਰ ਲੱਗਦਾ, ਜਮਦੂਤ ਕਾਲ ਨਿਖੰਜਨੋ। ਬਾਣੀ ਵਿੱਚ ਦਰਜ ਹੈ। ਮਹਾਰਾਜ ਮੇਰਾ ਜਮਾਂ ਦੇ ਦੂਤਾਂ ਦਾ ਡਰ ਜਿਹੜਾ ਉਹ ਦੂਰ ਕਰ ਦਿਓ। ਗੁਰੂ ਅਮਰਦਾਸ ਜੀ ਕਹਿਣ ਲੱਗੇ ਸੀ, ਮੋਹਰੀ ਤੈਨੂੰ ਆਪ ਸੱਚਖੰਡ ਲੈ ਕੇ ਜਾਵਾਂਗੇ, ਕਹਿਣ ਲੱਗੇ। ਬੜਾ ਪਿਆਰ ਕੀਤਾ ਬਾਬਾ ਮੋਹਰੀ ਜੀ ਨੂੰ ਮਹਾਰਾਜ ਨੇ। ਅਸੀਂ ਤੁਹਾਨੂੰ ਆਪ ਲੈਣ ਵਾਸਤੇ ਸੱਚਖੰਡ ਦੇ ਵਿੱਚ ਆਵਾਂਗੇ ਤੇ ਸੱਚਖੰਡ ਵਿੱਚ ਲੈ ਕੇ ਜਾਵਾਂਗੇ। ਤੁਹਾਡੇ ਤੇ ਸਾਡੀ ਖੁਸ਼ੀ ਹੈ, ਧਰਮ ਦੀ ਕਿਰਤ ਕਰੋ ਤੇ ਨਾਮ ਜਪੋ, ਮਹਾਰਾਜ ਕਹਿਣ ਲੱਗੇ। ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਜਿਹੜਾ ਮੇਰੇ ਪਿੱਛੋਂ ਰੋਵੇਗਾ ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਇਸ ਕਰਕੇ ਮਹਾਰਾਜ ਨੇ ਕਿਹਾ ਸੀਗਾ ਕਿ ਪਿੱਛੋਂ ਕਰਨਾ ਕੀ ਹੈ? ਮੈਂ ਪਿੱਛੋਂ ਕੀ ਕਰਨਾ ਹੈ? ਕੀਰਤਨ ਕਰਿਓ ਨਿਰਵਾਣ ਜੀਓ, ਵਾਹਿਗੁਰੂ ਦਾ ਬਾਣੀ ਦਾ ਕੀਰਤਨ ਕਰਿਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਕਥਾ ਕਰਿਓ ਬਾਣੀ ਦੀ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਕਹੈ ਥੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਬਾਬਾ ਸੁੰਦਰ ਜੀ ਦੀ ਬਾਣੀ ਹੈ,
ਉਸ ਸਮੇਂ ਦਾ ਸਾਰਾ ਦ੍ਰਿਸ਼ ਹੈ ਜਿਸ ਸਮੇਂ ਦੀ ਤੁਸੀਂ ਕਥਾ ਸੁਣ ਲਈ ਹੈ। ਲਗਭਗ ਇਹੋ ਹੀ ਬਚਨ ਨੇ ਸਾਰੀ ਬਾਣੀ ਵਿੱਚ ਜੀ। ਮਹਾਰਾਜ ਗਰੀਬ ਨਵਾਜ ਸਾਰਿਆਂ ਨੂੰ ਪ੍ਰਸੰਨ ਕਰਕੇ ਆਪ ਮਹਾਰਾਜ ਗਰੀਬ ਨਵਾਜ ਚਿੱਟੀ ਚਾਦਰ ਲੈ ਕੇ ਜਦੋਂ ਲੰਮੇ ਪਏ ਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਤਤਕਾਲ ਹੀ ਸਰੀਰ ਤਿਆਗ ਦਿੱਤਾ ਜੀ। ਅੱਛਾ, ਇੱਕ ਹੋਰ ਗੱਲ ਹੈ, ਦੂਜਿਆਂ ਨੂੰ ਤਤਕਾਲ ਜਿੰਦਾ ਕਰਨ ਵਾਲੇ ਜੀ, ਆਪ ਜਦੋਂ ਵਾਹਿਗੁਰੂ ਦਾ ਹੁਕਮ ਆਇਆ ਉਸੇ ਵੇਲੇ ਤੁਰ ਪਏ ਜੀ। ਔਰ ਇਹ ਵੀ ਮੈਂ ਦਾਸ ਤੇ ਇਹ ਸਮਝਦਾ ਹਾਂ, ਮਹਾਂਪੁਰਖਾਂ ਕੋਲੋਂ ਨਾ ਉਹਨਾਂ ਕੋਲ ਇੱਕ ਸ਼ਕਤੀ ਹੁੰਦੀ ਹੈ, ਉਹ ਹੈ ਇੱਛਾ ਮ੍ਰਿਤਿਉ ਦੀ। ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਇੱਛਾ ਮ੍ਰਿਤਿਉ। ਇੱਛਾ ਮ੍ਰਿਤਿਉ ਕਿਹਨੂੰ ਕਹਿੰਦੇ ਆ? ਜਦੋਂ ਸਿੱਖ ਬਹੁਤ ਨਾਮ ਜਪਦਾ ਹੈ ਨਾ ਜੀ, ਪਰਮੇਸ਼ਰ ਵੱਲੋਂ ਉਹਨੂੰ ਹੁਕਮ ਹੋ ਜਾਂਦਾ ਹੈ, ਹੁਣ ਤੇਰਾ ਜਦੋਂ ਜੀ ਕਰੇਗਾ ਉਦੋਂ ਹੀ ਆਈ ਸਾਡੇ ਕੋਲ। ਗੱਜ ਕੇ ਆਖੋ। ਬੜੇ ਮਹਾਂਪੁਰਖਾਂ ਨੂੰ ਇੱਛਾ ਮ੍ਰਿਤਿਉ ਦਾ ਵਚਨ ਸੀਗਾ ਜੀ। ਆਪਣੀ ਇੱਛਾ ਅਨੁਸਾਰ ਗਏ, ਦੱਸ ਕੇ ਗਏ, ਠੋਕ ਵਜਾ ਕੇ ਗਏ ਵੀ ਅਸੀਂ ਚੱਲੇ ਤੇ। ਆਮ ਬੰਦੇ ਜਿਹੜੇ ਆ ਸਾਧ ਸੰਗਤ ਜੀ, ਉਹ ਜਿੰਨਾ ਸਮਾਂ ਪੂਰਾ ਹੁੰਦਾ ਉਹਨਾਂ ਕਰਕੇ ਜਾਂਦੇ। ਗੁਰੂ ਅਮਰਦਾਸ ਜੀ ਦੇ ਤੇ ਜੇ 7 ਸਾਲ ਪਏ ਸਨ, ਮਹਾਰਾਜ ਨੇ ਪਹਿਲਾਂ ਹੀ ਭਾਣਾ ਵਰਤਾ ਦਿੱਤਾ ਜੀ। ਪਹਿਲਾਂ ਹੀ ਭਾਣਾ ਵਰਤਾ ਦਿੱਤਾ। ਐ ਲੰਮੇ ਪਏ ਪਏ ਸਰੀਰ ਤਿਆਗ ਦਿੱਤਾ। ਜਿਸ ਸਮੇਂ ਸਰੀਰ ਤਿਆਗਿਆ, ਸੂਰਜ ਚੜ੍ਹਿਆ ਸੀ, ਦੁਪਹਿਰ ਦਾ ਸਮਾਂ ਸੀ, ਇੱਕਦਮ ਹਨੇਰਾ ਛਾ ਗਿਆ ਜੀ। ਇੱਕਦਮ ਹਨੇਰਾ ਛਾ ਗਿਆ। ਕਿਉਂ ਛਾ ਗਿਆ? ਕਿਉਂਕਿ ਸਾਧ ਸੰਗਤ ਜੀ, ਸੂਰਜ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਝੱਲ ਨਹੀਂ ਸਕਿਆ ਜੀ। ਫਿਰ ਇੱਕਦਮ ਚਾਨਣ ਹੋਇਆ। ਜਿਨ੍ਹਾਂ ਕੋਲ ਰੱਬੀ ਨਿਗਾਹ ਸੀਗੀ ਉਹਨਾਂ ਨੂੰ ਇਹ ਗੱਲ ਵਿਖੀ, ਸਾਧ ਸੰਗਤ ਜੀ ਬਿਬਾਨ ਆਏ ਆ ਜਿਹਨੂੰ ਦੇਵਤਿਆਂ ਨੇ ਮੋਢਾ ਲਾਇਆ, ਮਹਾਰਾਜ ਉਸ ਬਿਬਾਨ ਦੇ ਵਿੱਚ ਸੱਜੇ ਆ। ਤੇ ਮਹਾਰਾਜ ਦੇਵਪੁਰੀ ਮਹਿ ਗਇਓ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚਖੰਡ ਵਿੱਚ ਚਲੇ ਗਏ ਜੀ। ਪ੍ਰੇਮ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਸੱਚਖੰਡ ਦੇ ਮਾਲਕ ਸੱਚਖੰਡ ਵਿੱਚ ਚਲੇ ਗਏ। ਸੱਚਖੰਡ ਦੇ ਮਾਲਕ ਨੇ ਜਿੱਥੇ ਚਰਨ ਰੱਖਿਆ ਉਹਨੂੰ ਸੱਚਖੰਡ ਬਣਾ ਦਿੱਤਾ ਜੀ। ਸੱਚਖੰਡ ਦੇ ਮਾਲਕ ਸਨ, ਦੀਨ ਦੁਨੀਆ ਨੂੰ ਤਾਰ ਰਹੇ ਨੇ ਮਹਾਰਾਜ ਗਰੀਬ ਨਵਾਜ। ਬੜੀਆਂ ਸੰਗਤਾਂ ਥੱਲੇ ਬੈਰਾਗ ਕਰਨ, ਦੇਵਤੇ ਸ਼ੰਖ ਵਜਾਉਂਦੇ, ਜੈ ਜੈਕਾਰਾਂ ਕਰਨ ਦੇ ਆ। ਕਿਉਂ? ਮਹਾਰਾਜ ਗਰੀਬ ਨਵਾਜ ਸਾਡੇ ਵਿੱਚ ਰਹਿਣ ਆਏ ਆ। ਪਰ ਇੱਕ ਗੱਲ ਚੇਤਾ ਰੱਖਿਓ, ਜਦੋਂ ਐਸਾ ਸਮਾਂ ਬਣਦਾ ਕਿਤੇ ਕੋਈ ਰੱਬ ਦਾ ਪਿਆਰਾ ਸਰੀਰ ਤਿਆਗਦਾ, ਧਰਤੀ ਵੀ ਰੋਂਦੀ ਹੈ, ਅਸਮਾਨ ਵੀ ਰੋਂਦਾ ਹੈ ਜੀ। ਬੜਾ ਵੱਡਾ ਘਾਟਾ ਹੁੰਦਾ ਜਿਹੜਾ ਪੂਰਾ ਨਹੀਂ ਹੁੰਦਾ ਜੀ। ਧਰਤੀ ਵੀ ਰੋਂਦੀ, ਅਸਮਾਨ ਵੀ ਰੋਂਦਾ ਜੀ। ਧਰਤੀ ਕੀ ਰੋਂਦੀ? ਧਰਤੀ ਦੇ ਜੀਵ। ਅਸਮਾਨ ਦੀਆਂ ਦੇਵ ਰੂਹਾਂ ਵੀ ਬੈਰਾਗ ਕਰਦੀਆਂ ਨੇ, ਪਰ ਉਹ ਇਸ ਗੱਲੋਂ ਖੁਸ਼ ਹੁੰਦੀਆਂ ਨੇ ਕਿ ਹੁਣ ਮਹਾਰਾਜ ਗਰੀਬ ਨਵਾਜ ਸੱਚਖੰਡ ਜਾ ਰਹੇ ਆ। ਬਾਕੀ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਮਹਾਰਾਜ ਨਾ ਆਉਂਦੇ ਨਾ ਜਾਂਦੇ, ਉਹ ਤੇ ਸਾਰਿਆਂ ਦੇ ਵਿੱਚ ਹੀ ਨੇ। ਗੁਰੂ ਅਮਰਦਾਸ ਸਾਹਿਬ ਅੱਜ ਵੀ ਗੋਇੰਦਵਾਲ ਸਾਹਿਬ ਹਨ। ਮਹਾਰਾਜ ਬਖਸ਼ਿਸ਼ਾਂ ਕਰਦੇ, ਰਹਿਮਤਾਂ ਵਰਸਾਉਂਦੇ, 84 ਕੱਟਦੇ ਆ, ਨਾਮ ਦੀਆਂ ਦਾਤਾਂ ਦਿੰਦੇ ਆ। ਮਹਾਰਾਜ ਦਾ ਅੱਜ ਵੀ ਪ੍ਰਤਾਪ ਹੋਵੇ ਆ। ਪਿੱਛੇ ਜੇ ਇੱਥੋਂ ਸੰਗਤਾਂ ਰਲ ਕੇ ਗੋਇੰਦਵਾਲ ਸਾਹਿਬ ਗਏ ਸੀਗੇ, ਤੇ ਮੈਂ ਦਾਸ ਨੇ ਬੇਨਤੀ ਕੀਤੀ ਸੀ ਸਾਰੀ ਸੰਗਤ ਨੂੰ, ਭਾਈ ਸਭ ਤੋਂ ਪਹਿਲਾਂ ਜਾਂਦਿਆਂ ਆਪਾਂ ਲੰਗਰ ਵਿੱਚ ਜਾਣਾ। ਕਈ ਕਹਿੰਦੇ ਜੀ ਅਸੀਂ ਤੇ ਛਕਿਆ, ਪਰ ਮੈਂ ਦਾਸ ਨੇ ਬੇਨਤੀ ਕੀਤੀ, ਤੁਸੀਂ ਮਹਾਰਾਜ ਦੀ ਕਥਾ ਸੁਣੀ ਹੈ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਪਹਿਲਾਂ ਲੰਗਰ ਛਕੋ ਫਿਰ ਮੇਰੇ ਕੋਲ ਆਇਓ। ਜੇ ਤੇ ਗੁਰੂ ਅਮਰਦਾਸ ਜੀ ਨੂੰ ਪ੍ਰਤੱਖ ਸਮਝਦੇ ਤੇ ਚੁੱਪ ਕਰਕੇ ਲੰਗਰ ਨੂੰ ਤੁਰ ਗਏ ਸਾਰੇ। ਉਹ ਫਿਰ ਸੰਗਤਾਂ ਨੇ ਬੜੇ ਪ੍ਰੇਮ ਨਾਲ ਲੰਗਰ ਛਕਿਆ। ਫਿਰ ਮਹਾਰਾਜ ਦੇ ਅੰਦਰ ਦਰਸ਼ਨ ਕੀਤੇ। ਭਾਵਨਾ ਬਣਾਇਆ ਕਰੋ, ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੈਠੇ ਐ, ਸਮਝੋ ਗੁਰੂ ਅਮਰਦਾਸ ਜੀ ਬੈਠੇ ਹੋਏ ਐ। ਭਾਵਨਾ ਇਹ ਬਣਾਇਆ ਕਰੋ। ਹਰਿਮੰਦਰ ਸਾਹਿਬ ਜਦੋਂ ਜਾਂਦੇ ਆ ਦਰਸ਼ਨ ਕਰਨ,
ਭਾਵਨਾ ਇਹ ਬਣਾਉਣੀ ਪੀੜਾ ਸਾਹਿਬ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਜੇ ਆ, ਸਮਝੋ ਗੁਰੂ ਰਾਮਦਾਸ ਜੀ ਸੱਜੇ ਆ। ਵੇਖਿਓ ਤੁਹਾਡੇ ਦਰਸ਼ਨ ਕਰਨ ਦਾ ਨਜ਼ਰੀਆ ਹੀ ਬਦਲ ਜਾਏਗਾ, ਤੁਹਾਡੇ ਅੰਦਰ ਦੀ ਭਾਵਨਾ ਬਦਲ ਜਾਏਗੀ ਜੀ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਜੈ ਜੈ ਧੁਨ ਠਾਨਤ ਸਭ ਬੰਦੈ, ਦਰਸ਼ਨ ਦੇਖਤ ਹਿਰਦੇ ਆਨੰਦੈ। ਸੁਰ ਬਿਮਾਨ ਚਹੁ ਦਿਸ਼ ਹੋਏ ਚਾਲੇ, ਗੁਰੂ ਬਿਰਾਜਹਿ ਬੀਚ ਬਿਸਾਲੇ। ਮਹਾਰਾਜ ਵਿੱਚ ਬੈਠੇ ਆ, ਦੇਵਤੇ ਸਤਿਗੁਰਾਂ ਦਾ ਬਿਬਾਨ ਲੈ ਕੇ ਜਾ ਰਹੇ ਆ। ਅਨਿਕ ਭਾਂਤ ਕੇ ਮੰਗਲ ਗਾਵਤ, ਇਮ ਸਭ ਚਲੇ ਜਾਤ ਸੁਖ ਪਾਵਤ। ਮਹਾਰਾਜ ਗਰੀਬ ਨਵਾਜ ਜੀ ਦੇ ਗੁਣ ਗਾਉਂਦੇ ਹੋਏ ਜਾ ਰਹੇ ਆ। ਸੋ ਸਾਰੀਆਂ ਸੰਗਤਾਂ ਅਨਿਕ ਭਾਂਤ, ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਮਰਦਾਸ ਸਾਹਿਬ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਕ ਭਾਂਤ ਕੇ ਮੰਗਲ ਗਾਵਤ। ਅਨੇਕ ਤਰ੍ਹਾਂ ਦੇ ਮੰਗਲ ਦੇਵਤੇ ਗਾ ਰਹੇ ਆ ਜੀ, ਅਨੇਕ ਤਰ੍ਹਾਂ ਦੇ ਜੈ ਜੈਕਾਰਾਂ ਮਹਾਰਾਜ ਦੀਆਂ ਕਰ ਰਹੇ ਆ। ਹਾਂਜੀ, ਇਮ ਸਭ ਚਲੇ ਜਾਤ ਸੁਖ ਪਾਵਤ। ਇਸ ਤਰੀਕੇ ਨਾਲ ਚਲੇ ਜਾ ਰਹੇ ਆ, ਦੇਵਤਿਆਂ ਦੇ ਮਨਾਂ ਨੂੰ ਵੀ ਸੁਖ ਪਹੁੰਚ ਰਿਹਾ ਹੈ ਜੀ। ਮਹਾਰਾਜ ਦੇ ਦਰਸ਼ਨ ਕਰਕੇ, ਗੁਰੂ ਜੀ ਦੇ ਬਿਬਾਨ ਨੂੰ ਮੋਢਾ ਲਾ ਕੇ ਦੇਵਤਿਆਂ ਦੇ ਮਨਾਂ ਨੂੰ ਵੀ ਸੁਖ ਮਿਲ ਰਿਹਾ ਹੈ ਜੀ। ਹਾਂਜੀ, ਗਮਨ ਸ਼ਕਤ ਜਿਸ ਜਿਸ ਕੀ ਜਹਾਂ। ਜਿਹਦੀ ਜਿੱਥੋਂ ਜਿੱਥੋਂ ਤੱਕ ਸ਼ਕਤੀ ਸੀ, ਉਹਦਾ ਕਾਰਨ ਪਤਾ ਕੀ ਹੈ? ਸਾਰਿਆਂ ਦੀ ਸੱਚਖੰਡ ਤੱਕ ਪਹੁੰਚ ਨਹੀਂ ਹੈਗੀ ਦੇਵਤਿਆਂ ਦੀ ਜੀ। ਬ੍ਰਹਮਾ ਜੀ ਦੀ ਬ੍ਰਹਮਾ ਦੀ ਪੁਰੀ ਤੱਕ ਪਹੁੰਚ ਹੈ ਜੀ। ਇੰਦਰ ਦੀ ਸਵਰਗ ਤੱਕ ਪਹੁੰਚ ਹੈ, ਇੰਦਰਪੁਰੀ ਜਿਹਨੂੰ ਕਹਿੰਦੇ ਆ। ਬਿਸ਼ਨਪੁਰੀ ਵੱਖਰੀ ਹੈ। ਜਿਸ ਦੇਵਤੇ ਦੀ ਜਿੱਥੋਂ ਜਿੱਥੋਂ ਤੱਕ ਪਹੁੰਚ ਸੀ, ਜਿੱਥੋਂ ਜਿੱਥੋਂ ਤੱਕ ਉਹ ਜਾ ਸਕਦੇ ਸਨ, ਕਰ ਕਰ ਨਮੋ ਸਥਰ ਪੇ ਤਹਾਂ। ਉਹ ਉੱਥੋਂ ਉੱਥੋਂ ਤੱਕ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਗਏ ਜੀ। ਫਿਰ ਅੱਗੇ ਨਹੀਂ ਸੀ ਜਾ ਸਕਦੇ ਜੀ, ਰੱਬ ਦਾ ਹੁਕਮ ਨਹੀਂ ਹੈ। ਉਹ ਫਿਰ ਉੱਥੋਂ ਹੀ ਮਹਾਰਾਜ ਨੂੰ ਮੱਥਾ ਟੇਕ ਦਿੰਦੇ ਜੀ। ਆਪ ਜੀ ਵੀ ਟੇਕੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ, ਪਰਮ ਧਾਮ ਬੈਕੁੰਠ ਮਝਾਰਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਪਰਮ ਧਾਮ, ਜਿੱਥੇ ਵਾਹਿਗੁਰੂ ਪਰਮੇਸ਼ਰ ਸੱਚਖੰਡ ਵਸੈ ਨਿਰੰਕਾਰ। ਮਹਾਰਾਜ ਗਰੀਬ ਨਵਾਜ ਉੱਥੇ ਪਹੁੰਚੇ ਆ। ਹਾਂਜੀ, ਪਹੁੰਚਤ ਪੇ ਸਤਿਗੁਰੂ ਦਾਰਾ। ਮਹਾਰਾਜ ਗਰੀਬ ਨਵਾਜ ਸੱਚਖੰਡ ਦੇ ਵਿੱਚ ਪਹੁੰਚੇ ਆ। ਹਾਂਜੀ, ਪਰਮ ਜੋਤ ਮਹਿ ਜੋਤ ਸਮਾਨੀ। ਹਾਂਜੀ, ਜਥਾ ਮਿਲੇ ਪਾਨੀ ਸੰਗ ਪਾਨੀ। ਉੱਥੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਦੇ ਵਿੱਚ ਹੀ ਸਮਾ ਗਏ ਆ। ਤੇ ਸਾਧ ਸੰਗਤ ਜੀ, ਜਿਵੇਂ ਪਾਣੀ 'ਚ ਪਾਣੀ ਮਿਲ ਜੇ ਤੇ ਪਤਾ ਨਹੀਂ ਲੱਗਦਾ ਵੀ ਕਿਹੜਾ ਹੈਗਾ ਜੀ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਪਹਿਲਾਂ ਹੀ ਰੱਬ ਸਨ ਜੀ। ਪਰਮੇਸ਼ਰ ਦੀ ਜੋਤ ਵਿੱਚ ਜਾ ਕੇ ਸਮੋਈ ਹੋ ਗਈ ਜੀ। ਹਾਂਜੀ, ਗੋਇੰਦਵਾਲ ਮੇਰੇ ਨਰ ਨਾਰੀ। ਹੁਣ ਇੱਧਰੋਂ ਸੁਣੋ ਅੱਗੋਂ ਕਥਾ। ਗੋਇੰਦਵਾਲ ਸਾਹਿਬ ਵਿੱਚ ਬੜੀਆਂ ਸਿੱਖ ਸੰਗਤਾਂ ਆਉਣ ਲੱਗ ਪਈਆਂ। ਜਿਹਨੂੰ ਖਬਰ ਮਿਲਦੀ ਉਹ ਭੱਜ ਭੱਜ ਕੇ ਆਉਂਦਾ। ਭਾਈ ਪਤਾ ਹੀ ਨਹੀਂ ਲੱਗਾ ਮਹਾਰਾਜ ਕਿਹੜੇ ਵੇਲੇ ਸਰੀਰ ਤਿਆਗ ਗਏ। ਤੇ ਪੁੰਨਿਆਂ ਵਾਲਾ ਦਿਨ ਸੀਗਾ, ਭਾਦੋਂ ਦੀ ਪੁੰਨਿਆਂ ਵਾਲਾ ਜੀ। ਜਦੋਂ ਮਹਾਰਾਜ ਨੇ ਸਰੀਰ ਤਿਆਗਿਆ, ਨਰ ਨਾਰੀ ਇਸਤਰੀਆਂ ਪੁਰਸ਼ ਸਾਰੇ ਮਿਲ ਕੇ ਧੰਨ ਧੰਨ ਸਤਿਗੁਰੂ ਚਾਰੀ। ਸਾਰੇ ਗੁਰੂ ਅਮਰਦਾਸ ਜੀ ਨੂੰ ਧੰਨ ਧੰਨ ਹੀ ਕਹਿਣ ਜੀ। ਤੁਸੀਂ ਵੀ ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਜੀ ਨੂੰ ਧੰਨ ਧੰਨ ਕਹਿਣ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਵਿਛੋੜਾ ਸਿਆ ਨਹੀਂ ਸੀ ਜਾਂਦਾ ਜੀ। ਹਾਂਜੀ, ਨਿਰਮਲ ਨੀਰ ਵਿਪਾਸਾ ਲੀਨ। ਤੇ ਬਿਆਸਾ ਜਲ ਦਾ ਸਾਧ ਸੰਗਤ ਜੀ, ਜਿਹੜਾ ਬਿਆਸਾ ਦਰਿਆ ਦਾ ਜਲ ਸੀ ਨਾ ਜੀ, ਉਹਦੇ ਨਾਲ ਮਹਾਰਾਜ ਨੂੰ ਇਸ਼ਨਾਨ ਕਰਾਇਆ। ਕੋਈ ਵੇਲਾ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਕਰਾਇਆ ਸੀਗਾ ਜੀ। ਔਰ ਗੁਰੂ ਅਮਰਦਾਸ ਜੀ ਤੇ ਰੋਜ਼ ਹੀ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਂਦੇ ਸਨ। ਉਸੇ ਬਿਆਸਾ ਦਰਿਆ ਵਿੱਚੋਂ ਮਹਾਰਾਜ ਜੀ ਦੇ ਪਵਿੱਤਰ ਸਰੀਰ ਨੂੰ ਇਸ਼ਨਾਨ ਕਰਵਾਇਆ ਜੀ। ਹਾਂਜੀ, ਗੁਰ ਤਨ ਕੋ ਮੱਜਨ ਸੁਭ ਕੀਨ। ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਉਣ ਲੱਗੇ ਜੀ। ਤੇ ਕਿੰਨੇ ਕਿੰਨੇ ਇਸ਼ਨਾਨ ਕਰਵਾਇਆ, ਕਿਉਂ ਬੜੀ ਵੱਡੀ ਸੇਵਾ, ਬੜੇ ਜ਼ਿੰਮੇਵਾਰ ਪੁਰਸ਼ੇ ਕੰਮ ਕਰਦੇ ਆ। ਹਾਂਜੀ, ਸਤਿਗੁਰ ਰਾਮਦਾਸ ਤਬ ਲਾਗੇ। ਸਾਰਿਆਂ ਦੇ ਸਿਰ ਮੌਰ। ਸੋਢੀ ਪਾਤਸ਼ਾਹ
ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਉਂਦੇ ਆ। ਆਪ ਇਸ਼ਨਾਨ ਕਰਵਾਇਆ ਜੀ ਉਹਨਾਂ ਨੇ। ਹਾਂਜੀ, ਪੁੱਤਰ ਮੋਹਰੀ ਔਰ ਅਨੁਰਾਗੇ, ਬੜੇ ਪਿਆਰ ਵਿੱਚ ਨਾ ਬੈਰਾਗ ਕਰਦਿਆਂ ਬਾਬਾ ਮੋਹਰੀ ਜੀ ਨਾਲ ਲੱਗੇ ਜੀ। ਮਹਾਰਾਜ ਗਰੀਬ ਨਵਾਜ ਜੀ ਤੇ ਸਰੀਰ ਤੇ ਜਲ ਪਾਉਂਦੇ ਆ। ਗੁਰੂ ਰਾਮਦਾਸ ਜੀ ਬੜੇ ਪਿਆਰ ਨਾਲ ਇਸ਼ਨਾਨ ਕਰਵਾਉਂਦੇ ਆ। ਹਾਂਜੀ, ਭਾਈ ਸਾਹਿਬ ਬੁੱਢਾ ਮਿਲ ਕੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਾਰਿਆਂ ਦੇ ਸਤਿਕਾਰਯੋਗ ਸਾਡੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਵੇਖੋ ਕਿੰਨੀ ਵੱਡੀ ਸੇਵਾ ਬਾਬਾ ਜੀ ਦੀ। ਬਾਬਾ ਜੀ ਵੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ ਰਹੇ ਜੀ। ਹਾਂਜੀ, ਸੇਵਕ ਬੱਲੂ ਇਨ ਸੋਂ ਰਲ ਕੇ, ਤੇ ਜਿਹੜਾ ਅੱਠੇ ਪਹਿਰ ਸੇਵਕ ਮਹਾਰਾਜ ਦੇ ਨਾਲ ਹੀ ਰਹਿੰਦਾ ਸੀ ਸਰੀਰ ਕਰਕੇ ਜੀ। ਜਿਹਦੀ ਸੇਵਾ ਕੀ ਸੀ, ਉਹਨੇ ਮਹਾਰਾਜ ਨੂੰ ਚੌਰ ਸਾਹਿਬ ਕਰਨਾ, ਗੜਬਾ ਫੜ ਕੇ ਰੱਖਣਾ। ਗੜਵਈ ਮਹਾਰਾਜ ਗਰੀਬ ਨਵਾਜ ਜੀ ਦੇ ਭਾਈ ਬੱਲੂ ਜੀ ਉਹ ਵੀ ਨਾਲ ਲੱਗੇ ਜੀ। ਵਿਛੋੜਾ ਬੜਾ ਵੱਡਾ, ਸਿਆ ਨਹੀਂ ਜਾਂਦਾ। ਮਹਾਰਾਜ ਦਾ ਹੁਕਮ ਹੈ ਬੈਰਾਗ ਨਹੀਂ ਕਰਨਾ, ਪਰ ਮਨ ਸਾਰਿਆਂ ਦਾ ਹੀ ਬੈਰਾਗ ਕਰਨ ਦਾ ਹੈ ਜੀ। ਹਾਂਜੀ, ਤਨ ਇਸ਼ਨਾਨ ਗੁਰ ਕੋ ਕਰਵਾਏ, ਫਿਰ ਕੀ ਸੀਗਾ ਜੀ? ਬਾਬਾ ਬੁੱਢਾ ਸਾਹਿਬ, ਭਾਈ ਬੱਲੂ ਜੀ, ਬਾਬਾ ਮੋਹਰੀ ਜੀ ਤੇ ਸਾਰਿਆਂ ਦੇ ਸਿਰਮੌਰ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਲ ਕੇ ਮਹਾਰਾਜ ਜੀ ਦੇ ਸਰੀਰ ਨੂੰ ਇਸ਼ਨਾਨ ਕਰਵਾਇਆ ਜੀ। ਹਾਂਜੀ, ਸ਼ੁਭ ਵਿਵਾਨ ਪਰ ਤਬ ਪੌੜਾਏ, ਤਿਆਰੀ ਕਰਕੇ ਨਾ ਮਹਾਰਾਜ ਦੇ ਸਰੀਰ ਦੀ ਦਸਤਾਰ ਸਜਾਈ, ਚੋਲਾ ਪਵਾਇਆ ਮਹਾਰਾਜ ਜੀ ਨੂੰ, ਤੇ ਫੁੱਲਾਂ ਦੇ ਹਾਰ ਸਜਾਏ, ਤੇ ਕੁਝ ਸਮਾਂ ਸੰਗਤਾਂ ਨੇ ਦਰਸ਼ਨ ਕੀਤੇ ਮਹਾਰਾਜ ਦੇ ਸਰੀਰ ਦੇ ਜੀ। ਲਾਗੇ ਕੀਰਤਨ ਹੁੰਦਾ ਰਿਹਾ ਜੀ। ਫਿਰ ਸਮੇਂ ਅਨੁਸਾਰ ਮਹਾਰਾਜ ਜੀ ਦਾ ਸਰੀਰ ਜਿਹੜਾ ਸੀ ਨਾ, ਉਹ ਬਿਬਾਨ ਉੱਤੇ ਸਜਾਇਆ ਜੀ। ਆਮ ਬੰਦੇ ਅਰਥੀ ਸ਼ਬਦ ਵਰਤਦੇ ਆ, ਪਰ ਸਤਿਗੁਰੂ ਜੀ ਦਾ ਤੇ ਬਿਬਾਨ ਤਿਆਰ ਹੋਇਆ ਜੀ, ਬਿਬਾਨ ਜੀ। ਹਾਂਜੀ, ਚਾਰੋਂ ਨੇ ਨਿਜ ਕੰਧ ਉਚਾਏ, ਗੱਜ ਕੇ ਆਖੋ ਵਾਹਿਗੁਰੂ। ਫਿਰ ਵੇਖੋ ਲੱਗੇ ਕੌਣ ਕੌਣ ਜੀ। ਇੱਕ ਬੰਨੇ ਲੱਗੇ ਗੁਰੂ ਰਾਮਦਾਸ ਸਾਹਿਬ ਜੀ, ਦੂਸਰੇ ਬੰਨੇ ਲੱਗੇ ਬਾਬਾ ਮੋਹਰੀ ਜੀ। 4 ਜਣਿਆਂ ਨੇ ਸਰੀਰ ਚੁੱਕਣਾ ਹੈਗਾ ਜੀ। ਇੱਕ ਬੰਨੇ ਲੱਗੇ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ, ਤੇ ਦੂਸਰੇ ਬੰਨੇ ਭਾਈ ਬੱਲੂ ਜੀ ਲੱਗੇ ਜੀ। ਵੈਸੇ ਕਦੀ ਸੋਚਿਆ ਕਰੋ, ਆਪਾਂ ਕਥਾ ਸੁਣ ਕੇ ਲੰਬੇ ਹੋ ਜਾਂਦੇ ਆ। ਭਾਈ ਬੱਲੂ ਜੀ ਨਾਲ ਮਹਾਰਾਜ ਬੜਾ ਪਿਆਰ ਕਰਦੇ ਸੀਗੇ ਜੀ। ਅੱਠੇ ਪੈਰ ਨਾਲ ਰਹਿਣ ਵਾਲੇ ਬੰਦੇ ਨਾਲ ਬੰਦਾ ਬੜੀਆਂ ਹੀ ਗੱਲਾਂ ਕਰਦਾ ਜੀ, ਬੜਾ ਪਿਆਰ ਕਰਦੇ ਸਨ। ਤੇ ਜਦੋਂ ਮਹਾਰਾਜ ਨੇ ਸਰੀਰ ਤਿਆਗਿਆ, ਭਾਈ ਬੱਲੂ ਜੀ ਦੇ ਮਨ 'ਚ ਕੀ ਚੱਲਦਾ ਹੋਏਗਾ ਜੀ। ਹਾਂਜੀ, ਬਾਬਾ ਮੋਹਰੀ ਜੀ ਵੀ ਸਰੀਰ ਕਰਕੇ ਘੱਟ ਰਹਿੰਦੇ ਸਨ। ਗੁਰੂ ਰਾਮਦਾਸ ਜੀ ਤੇ ਸੇਵਾ 'ਚ ਹੀ ਲੱਗੇ ਰਹਿੰਦੇ ਸੀ ਨਾ ਜੀ। ਅੱਠੇ ਪਹਿਰ ਗੁਰੂ ਅਮਰਦਾਸ ਜੀ ਦੇ ਲਾਗੇ ਭਾਈ ਬੱਲੂ ਜੀ ਰਹਿੰਦੇ ਸਨ, ਤੇ ਭਾਈ ਬੱਲੂ ਜੀ ਦੇ ਮਨ 'ਚ ਕੀ ਚੱਲਦਾ ਹੋਏਗਾ ਜੀ। ਹਾਂਜੀ, ਇਹ ਵਿਛੋੜਾ ਸਿਆ ਨਹੀਂ ਸੀ ਜਾਣਾ ਜੀ। ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਇਹ ਵਿਛੋੜਾ ਸਹਿਣ ਨਹੀਂ ਹੋਣਾ ਜੀ। ਭਾਈ ਬੱਲੂ ਜੀ ਨੇ ਗੁਰੂ ਰਾਮਦਾਸ ਜੀ ਨਾਲ ਮਿਲ ਕੇ, ਬਾਬਾ ਮੋਹਰੀ ਜੀ ਨਾਲ ਮਿਲ ਕੇ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲ ਕੇ ਮਹਾਰਾਜ ਜੀ ਦਾ ਸਰੀਰ ਚੁੱਕਿਆ ਜੀ। ਤਾਂ ਜੀ ਹਜ਼ਾਰਾਂ ਸਿੱਖ ਸੰਗਤਾਂ ਪਹੁੰਚ ਗਈਆਂ ਸਨ, ਫੁੱਲਾਂ ਦੀਆਂ ਵਰਖਾ ਕਰਦੀਆਂ, ਫੁੱਲ ਮਾਲਾ ਲੈ ਕੇ ਆਈਆਂ, ਜੈ ਜੈਕਾਰ ਕਰਦੀਆਂ। ਹਾਂਜੀ, ਅਪਰ ਲੋਗ ਲਾਗੇ ਸਮੁਦਾਏ, ਹੋਰ ਵੀ ਸਾਧ ਸੰਗਤ ਜੀ, ਚਾਰੋਂ ਨੇ ਨਿਜ ਕੰਧ ਉਚਾਏ, ਅਪਰ ਲੋਗ ਲਾਗੇ ਸਮੁਦਾਏ। ਹੋਰ ਵੀ ਸਿੱਖ ਨਾਲ ਲੱਗ ਗਏ ਜੀ ਸੇਵਾ ਵਿੱਚ।
ਹਾਂਜੀ। ਬਹੁ ਸੰਖਨ ਕੀ ਧੁਨੀ ਉਠਾਈ। ਬੜੇ ਸੰਖ ਵੱਜੇ ਜੀ ਉਸ ਸਮੇਂ ਜੀ। ਅੱਜ ਤੇ ਸੰਖ ਨੂੰ ਵੀ ਮਨਮਤ ਸਮਝ ਲੈਂਦੇ ਆ। ਜਦੋਂ ਮਹਾਰਾਜ ਦਾ ਸਰੂਪ ਜਾਂਦਾ, ਪੁਰਾਣੇ ਲੋਕ ਸੰਖ ਵਜਾਉਂਦੇ ਹੁੰਦੇ ਸੀਗੇ ਜੀ। ਬੜੇ ਸੰਖ ਵੱਜਣ ਦੇ, ਜੈ ਜੈਕਾਰਾਂ ਹੁੰਦੀਆਂ ਜੀ। ਹਾਂਜੀ। ਲਾਜਾ ਪੁਸ਼ਪਨ ਬਹੁ ਬਰਖਾਈ। ਤੇ ਸਾਧ ਸੰਗਤ ਜੀ, ਉਹ ਫੁੱਲਾਂ ਦੀਆਂ ਪੱਤੀਆਂ ਜਿਹੜੀਆਂ ਨਾ ਜੀ, ਉਹ ਗੁਰੂ ਦੇ ਪਿਆਰ ਵਾਲੇ ਮਹਾਰਾਜ ਦੇ ਸਰੀਰ ਉੱਤੇ ਵਰਖਾ ਕਰ ਰਹੇ ਆ। ਜਿੱਧਰੋਂ ਮਹਾਰਾਜ ਦਾ ਸਰੀਰ ਲੰਘ ਰਿਹਾ, ਉਧਰੋਂ ਵਰਖਾ ਹੋ ਰਹੀ ਹੈ ਜੀ। ਹਾਂਜੀ। ਪੋਤਰੇ ਸਰਬ ਗੁਰੂ ਕੇ ਆਏ। ਮਹਾਰਾਜ ਦੇ ਪੋਤਰੇ ਵੀ ਆਏ ਤੇ ਪੜਪੋਤਰੇ ਵੀ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਪੋਤਰੇ ਵੀ ਆਏ, ਸੰਤ ਰਾਮ ਜੀ। ਹੋਰ ਗੁਰੂ ਸਾਹਿਬ ਦੇ ਪੋਤਰੇ ਜਿਹੜੇ ਸਨ, ਬਾਬਾ ਆਨੰਦ ਜੀ, ਪੋਤਰੇ ਵੀ ਆਏ ਤੇ ਪੜਪੋਤਰੇ ਵੀ ਆਏ ਜੀ। ਅੱਛਾ, ਪੁੱਤਰਾਂ ਨੇ ਤੇ ਮਹਾਰਾਜ ਦਾ ਸਰੀਰ ਕੰਧੇ ਤੇ ਚੁੱਕਿਆ, ਤੇ ਪੋਤਰਿਆਂ ਨੇ ਕੀ ਕੀਤਾ ਉਹ ਸੁਣਿਓ ਜੀ। ਹਾਂਜੀ। ਕਰ ਮਹਿਲੀ ਨੇ ਚਬਰ ਟੁਲਾਏ। ਉਹਨਾਂ ਚੌਰ ਸਾਹਿਬ ਫੜੇ ਜੀ, ਮਹਾਰਾਜ ਦੇ ਸਰੀਰ ਉੱਤੇ ਚੌਰ ਸਾਹਿਬ ਕਰਦੇ ਜਾ ਰਹੇ ਜੀ। ਮਹਾਰਾਜ ਦੇ ਗੁਣ ਗਾਉਂਦੇ ਹੋਏ, ਚੌਰ ਸਾਹਿਬ ਕਰਦੇ ਹੋਏ ਮਹਾਰਾਜ ਦਾ ਬਿਬਾਨ ਜਾ ਰਿਹਾ। ਸ਼ਬਦ ਰਬਾਬੀ ਗਾਵਨ ਕਰਹੀ। ਅੱਛਾ, ਅੱਗੇ ਅੱਗੇ ਫਿਰ ਰਬਾਬੀ ਸਿੱਖ ਨੇ ਜੀ, ਗੁਰਬਾਣੀ ਗਾਉਂਦੇ ਹੋਏ ਜਾ ਰਹੇ ਆ, ਬੈਰਾਗ ਵਾਲੇ ਸ਼ਬਦ ਪੜ ਰਹੇ ਆ ਜੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਸਤਿਗੁਰ ਮੇਰਾ ਸਦਾ ਸਦਾ, ਨਾ ਆਏ ਨਾ ਜਾਏ। ਇਸ ਤਰ੍ਹਾਂ ਦੇ ਗੁਰੂ ਜੀ ਦੀ ਮਹਿਮਾ ਵਾਲੇ, ਵਡਿਆਈ ਵਾਲੇ ਜਿਹੜੇ ਸ਼ਬਦ ਹੈ ਨਾ, ਉਹ ਪੜ੍ਹਦੇ ਹੋਏ ਅੱਗੇ ਅੱਗੇ ਜਾ ਰਹੇ ਆ। ਹਾਂਜੀ। ਵੇਦ ਤੁਨੀ ਬਰ ਵਿਪਰ ਉਚਰਹੀ। ਉਹ ਵੇਦ ਬ੍ਰਾਹਮਣ ਵੀ ਆਏ ਜੀ। ਬ੍ਰਾਹਮਣਾਂ ਦਾ ਵੀ ਮਹਾਰਾਜ ਨਾਲ ਪਿਆਰ ਸੀਗਾ ਜੀ। ਉਹ ਆਪਣੇ ਵੇਦ ਪੜ੍ਹਦੇ, ਮਹਾਰਾਜ ਦੀਆਂ ਸਿਫਤਾਂ ਕਰਦੇ ਜੀ ਬ੍ਰਾਹਮਣ ਲੋਕ। ਹਾਂਜੀ। ਕੰਚਨ ਆਦ ਦਰਬ ਬਰਖਾਵੇ। ਤੇ ਲਓ ਜੀ, ਜਿਹਦੇ ਮਨ 'ਚ ਜੋ ਆਇਆ ਉਹਨੇ ਕੀਤਾ। ਕਈਆਂ ਨੇ ਤੇ ਮਹਾਰਾਜ ਜੀ ਦੇ ਸਰੀਰ ਉੱਤੇ ਮਾਇਆ ਦੀ ਵਰਖਾ ਕੀਤੀ ਜੀ। ਹਾਂਜੀ। ਸਿੱਕੇ ਸੀਗੇ ਹੱਥ 'ਚ, ਉਹ ਸਿੱਕਿਆਂ ਦੀ ਵਰਖਾ ਕਰ ਦਿੱਤੀ। ਪਿਆਰਿਓ, ਇੱਥੇ ਤੇ ਹੀਰੇ ਵੀ, ਹੀਰਿਆਂ ਦੀ ਵਰਖਾ ਵੀ ਛੋਟੀ ਹੈਗੀ ਹੈ ਜੀ। ਹਾਂਜੀ। ਹੀਰਿਆਂ ਦੀ ਵਰਖਾ ਵੀ ਗੁਰੂ ਜੀ ਦੇ ਸਰੀਰ ਤੇ ਛੋਟੀ ਹੈ। ਹਾਂਜੀ। ਸਹਿਤ ਸੁਗੰਧ ਫੂਲ ਬਹੁ ਲਿਆਵੇ। ਬੜੇ ਖੁਸ਼ਬੂਦਾਰ ਫੁੱਲ ਲਿਆ ਲਿਆ ਕੇ ਸੰਗਤਾਂ ਮਹਾਰਾਜ ਜੀ ਦੇ ਸਰੀਰ ਉੱਤੇ ਵਰਖਾ ਕਰ ਰਹੀਆਂ। ਗੁਰੂ ਰਾਮਦਾਸ ਜੀ ਸਭ ਤੋਂ ਅੱਗੇ ਲੱਗੇ ਜੀ। ਮਹਾਰਾਜ ਨੇ ਆਪਣੇ ਮੋਢੇ ਤੇ ਮਹਾਰਾਜ ਜੀ ਦਾ ਸਰੀਰ ਲਿਆ ਜੀ। ਹਾਂਜੀ। ਉਪਰ ਡਾਰਤ ਜਾਤ ਬਿਬਾਨ। ਉਹ ਬਿਬਾਨ ਦੇ ਉੱਤੇ ਵਰਖਾ ਕਰਦੇ ਹੋਏ ਜਾ ਰਹੇ ਜੀ। ਹਾਂਜੀ। ਪਹੁੰਚੇ ਤੀਰ ਵਿਪਾਸਾ ਥਾਨ। ਕੀਰਤਨ ਕਰਦਿਆਂ ਸਾਧ ਸੰਗਤ ਜੀ, ਮਹਾਰਾਜ ਜੀ ਦਾ ਸਰੀਰ ਬਿਆਸ ਦਰਿਆ ਦੇ ਕੰਢੇ ਤੇ ਰਹਿ ਗਏ ਜੀ। ਹੁਣ ਨਾ ਦਰਿਆ ਨੇ ਥਾਂ ਬਦਲ ਦਿੱਤੀ ਆਪਣੀ ਜੀ। ਹਾਂਜੀ। ਇਸ ਕਰਕੇ ਉਹ ਅਸਥਾਨ ਤੇ ਉਹ ਐਗਜ਼ੈਕਟ ਨਹੀਂ ਲੱਭਦਾ ਹੁਣ। ਉਂਝ ਮਹਾਰਾਜ ਗਰੀਬ ਨਵਾਜ ਜੀ ਦਾ ਸਰੀਰ ਲੈ ਕੇ ਗਏ ਜੀ ਉੱਥੇ ਕੰਢੇ ਤੇ ਜੀ। ਹਾਂਜੀ। ਸੁੰਦਰ ਪਾਵਨ ਥਲ ਕੋ ਹੇਰਾ। ਬੜੀ ਸੋਹਣੀ ਇੱਕ ਥਾਂ ਵੇਖੀ ਸਾਧ ਸੰਗਤ ਜੀ। ਹਾਂਜੀ। ਜਬ ਦਿਲ ਚੰਦਨ ਆਨ ਕਨੇਰਾ। ਉੱਥੇ ਫਿਰ ਚੰਦਨ ਦੀ ਵੱਡੀ, ਵਾਹਿਗੁਰੂ, ਚੰਦਨ ਦੀ ਮਾਤਰਾ ਕਾਫੀ ਜ਼ਿਆਦਾ ਸੀ। ਉਹ ਲੱਕੜਾਂ ਲੈ ਕੇ ਆਏ ਜੀ ਚੰਦਨ ਦੀਆਂ, ਗੁਰੂ ਕੇ ਪ੍ਰੇਮੀ। ਹਾਂਜੀ। ਸੰਗ ਹਜ਼ਾਰੋਂ ਨਰ ਕੀ ਭੀੜ। ਹਜ਼ਾਰਾਂ ਹੀ ਸੰਗਤਾਂ ਮਹਾਰਾਜ ਦੇ ਸਰੀਰ ਦੇ ਨਾਲ ਆ। ਤੁਸੀਂ ਪਿੱਛੇ ਜੇ ਸਿੰਘ ਸਾਹਿਬ ਜੀ ਦਾ ਵੇਖਿਆ ਜੀ, ਹਜ਼ਾਰਾਂ ਸਿੱਖ ਨਾਲ ਸਨ। ਉਹ ਤੇ ਗੁਰੂ ਦੇ ਸੇਵਕ ਸਨ। ਇਹ ਤੇ ਸਤਿਗੁਰੂ ਆਪ ਨੇ ਜੀ। ਇਹ ਤੇ ਮਹਾਰਾਜ ਆਪ ਨੇ ਜੀ, ਗੁਰੂ ਸਾਹਿਬ। ਹਜ਼ਾਰਾਂ ਹੀ ਸਿੱਖ ਮਹਾਰਾਜ ਜੀ ਦੇ ਸਰੀਰ ਦੇ ਨਾਲ ਚੱਲਦੇ ਹੋਏ ਆ ਰਹੇ ਜੀ। ਹਾਂਜੀ। ਕਰੇ ਉਤਾਰਨ ਸਲਤਾ ਤੀਰ। ਤੇ ਉੱਥੇ ਫਿਰ ਬਿਆਸ ਦੇ ਕੰਢੇ ਮਹਾਰਾਜ ਜੀ ਦਾ ਸਰੀਰ ਉਤਾਰਿਆ ਜੀ। ਹਾਂਜੀ। ਰਚ ਚੰਦਨ ਕੀ ਚਿਖਾ ਵਿਸਾਲਾ। ਉੱਥੇ ਸਰੀਰ ਰੱਖ ਕੇ ਬਾਣੀ ਪੜ੍ਹੀ ਜੀ। ਗੁਰੂ ਜੀ ਦੀ ਬਾਣੀ ਦਾ ਪਾਠ ਕੀਤਾ। ਫਿਰ ਪ੍ਰੇਮੀਆਂ ਨੇ ਮਹਿੰਗੀ ਲੱਕੜ ਲਾਈ ਜੀ, ਚੰਦਨ ਦੀ ਲੱਕੜ ਜੀ। ਚੰਦਨ ਦੀ ਲੱਕੜ ਮਹਿੰਗੀ ਮੰਨੀ ਜਾਂਦੀ ਹੈ। ਉਹ ਮਹਿੰਗੀ ਲੱਕੜ ਲਾਈ ਚੰਦਨ ਦੀ ਜੀ, ਉਹਦੀ ਚਿਖਾ ਬਣਾਈ ਜੀ। ਹਾਂਜੀ। ਗੁਰ ਤਨ ਤਿਸ ਪਰ ਧਰ ਤਤਕਾਲਾ। ਤੇ ਸਾਧ ਸੰਗਤ ਜੀ, ਕਿੱਥੇ ਪਾਠ? ਗੁਰ ਤਨ ਤਿਸ ਪਰ ਧਰ ਤਤਕਾਲਾ। ਗੁਰੂ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਨਾ, ਉਹ ਚੰਦਨ ਦੀ ਚਿਖਾ ਤੇ ਸਜਾਇਆ ਜੀ। ਵੱਡਿਆਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ। ਕੋਈ ਬੰਦਾ ਰੀਸ ਕਰਕੇ ਆਪਣਾ ਸੰਸਕਾਰ ਚੰਦਨ ਦੀਆਂ ਲੱਕੜਾਂ ਨਾ ਕਰਾਵੇ, ਗੁਰੂ ਥੋੜੀ ਬਣ ਜਾਏਗਾ ਜੀ। ਹਾਂਜੀ।
ਬਹੁ ਸੁਗੰਧ ਅਰ ਕ੍ਰਿਤ ਕੋ ਪਾਇਬ। ਫਿਰ ਬੜੇ ਖੁਸ਼ਬੂਦਾਰ ਪਦਾਰਥ ਸਮੱਗਰੀ ਪਾਈ ਦੀ ਵਿੱਚ। ਦੇਸੀ ਘਿਓ ਪਾਇਆ ਗਿਆ ਜੀ ਉਸ ਸਮੇਂ, ਬੜਾ ਦੇਸੀ ਘਿਓ ਪਾਇਆ ਗਿਆ ਵਿੱਚ ਜੀ। ਹਾਂਜੀ, ਸਤਿਗੁਰ ਅਮਰ ਨਾਮ ਸਿਮਰਾਇ। ਤੇ ਸਾਰੇ ਮਹਾਰਾਜ ਜੀ ਦਾ ਸਰੀਰ ਸਜਾ ਕੇ ਲੱਕੜਾਂ ਸਜਾਈਆਂ ਉੱਤੇ, ਫਿਰ ਉਹ ਤੇ ਦੇਸੀ ਘਿਓ ਪਾਇਆ, ਸਮੱਗਰੀ ਪਾਈ। ਇਹ ਕੰਮ ਕਰਦਿਆਂ ਸਾਰੇ ਕੀ ਕਹਿ ਰਹੇ ਸਨ? ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੰਗਤ ਜੀ ਪ੍ਰੇਮ ਨਾਲ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਉਹ ਮਹਾਰਾਜ ਜੀ ਦੇ ਸਰੀਰ ਉੱਤੇ ਸਮੱਗਰੀ, ਘਿਓ, ਲੱਕੜਾਂ ਸਜਾਈਆਂ। ਇਹ ਕੰਮ ਕਰਦਿਆਂ ਮਹਾਰਾਜ ਨੂੰ ਚੇਤੇ ਕਰ ਰਹੇ ਸਨ ਜੀ। ਹਾਂਜੀ, ਅਗਨ ਮੋਹਰੀ ਕਰ ਮਹਿ ਧਾਰੀ। ਬਾਬਾ ਮੋਹਨ ਜੀ ਨਹੀਂ ਪਹੁੰਚ ਸਕੇ ਉੱਥੇ ਜੀ। ਉਹ ਜਾ ਕੇ ਅੰਦਰ ਕਮਰਾ ਬੰਦ ਕਰ ਲਿਆ ਉਹਨਾਂ ਨੇ। ਤੇ ਪੁੱਤਰ ਤੇ ਵੱਡੇ ਬਾਬਾ ਮੋਹਨ ਜੀ ਸਨ, ਪਰ ਉਹ ਪਹੁੰਚ ਨਹੀਂ ਸਕੇ, ਬੈਰਾਗ ਸੀ। ਤੇ ਬਾਬਾ ਮੋਹਰੀ ਜੀ ਦੇ ਹੱਥ ਵਿੱਚ ਫਿਰ ਝੰਡਾ ਫੜਾਇਆ ਗਿਆ ਜੀ। ਤੇ ਅਗਨ ਮੋਹਰੀ ਕਰ ਮਹਿ ਧਾਰੀ, ਹੱਥ ਵਿੱਚ ਅਗਨੀ ਬਾਬਾ ਮੋਹਰੀ ਜੀ ਨੇ ਲਈ। ਸਿਰ ਦਿਸ਼ ਤੇ ਪੁਨ ਸਭ ਦਿਸ਼ ਬਾਰੀ। ਤੇ ਸਿਰ ਵਾਲੇ ਪਾਸਿਓਂ ਸਾਧ ਸੰਗਤ ਦੀ ਪਹਿਲਾਂ ਪਰਿਕਰਮਾ ਕੀਤੀ ਮਹਾਰਾਜ ਦੇ ਸਰੀਰ ਦੀ ਜੀ। ਮੱਥਾ ਟੇਕਿਆ, ਬੜਾ ਹਿਰਦੇ 'ਚ ਬੈਰਾਗ ਹੈ। ਸਮਰੱਥ ਗੁਰੂ ਨੇ, ਪਾਤਸ਼ਾਹ ਨੇ, ਗੁਰੂ ਅਮਰਦਾਸ ਸਾਹਿਬ ਮਾਲਕ ਨੇ। ਫਿਰ ਸੀਸ ਵਾਲੇ ਪਾਸਿਓਂ ਅਗਨੀ ਸ਼ੁਰੂ ਕੀਤੀ, ਸਾਰੇ ਪਾਸੇ ਅਗਨੀ ਜਲਾਈ ਦੀ ਬਾਬਾ ਮੋਹਨ ਜੀ ਨੇ ਜੀ। ਹਾਂਜੀ, ਕਰੀ ਕਪਾਲ ਕਿਰਿਆ ਜਿਸ ਕਾਲ। ਹਾਂਜੀ, ਤਹ ਤੇ ਮੰਦ ਮੰਦ ਚਲੇ ਆਏ। ਉਹ ਫਿਰ ਸਾਰੀ ਕਿਰਿਆ ਕੀਤੀ ਜੀ, ਸਾਰੀ ਕਿਰਿਆ ਕੀਤੀ। ਭਾਵ ਮਹਾਰਾਜ ਦੇ ਸਰੀਰ ਨੂੰ ਅਗਨੀ ਦਿੱਤੀ ਜੀ। ਲਾਗੇ ਖਲੋ ਕੇ ਬਾਣੀ ਪੜ੍ਹਦੇ ਰਹੇ, ਬੈਰਾਗ ਕਰਦੇ ਰਹੀਆਂ। ਅਜੇ ਕੀ ਮਹਾਰਾਜ ਨੇ ਕਿਹਾ ਵਾ ਵੀ ਬੈਰਾਗ ਨਹੀਂ ਕਰਨਾ, ਪਰ ਵਿਛੋੜਾ ਅਸਹਿ ਹੈ। ਉੱਥੋਂ ਫਿਰ ਜਦੋਂ ਮਹਾਰਾਜ ਜੀ ਦੇ ਸਰੀਰ ਦਾ, ਸਾਰੇ ਸਰੀਰ ਦਾ ਸੰਸਕਾਰ ਹੋ ਗਿਆ। ਬਸ ਇੰਨੀ ਖੇਡ 'ਚ ਸਾਧ ਸੰਗਤ ਜੀ, ਜਿਸ ਸਰੀਰ ਦੇ ਲਾਗੇ ਬਹਿ ਕੇ ਅਸੀਂ ਗੱਲਾਂ ਕਰਦੇ, ਮਿਲਦੇ, ਗਿਲਦੇ, ਬੈਠਦੇ ਹਾਂ, ਜਦੋਂ ਬੰਦਾ ਸਰੀਰ ਤਿਆਗਦਾ, ਸਰੀਰ ਤੇ ਘੋਲ ਹੁੰਦਾ, ਪਰ ਸਾਧ ਸੰਗਤ ਨਾ ਉਹ ਬੋਲ ਸਕਦਾ, ਨਾ ਹੱਸ ਸਕਦਾ, ਨਾ ਖੇਡ ਸਕਦਾ ਜੀ। ਹਾਂਜੀ, ਤੇ ਜਦੋਂ ਸੰਸਕਾਰ ਹੋ ਜਾਂਦਾ, ਅੱਗ ਦੀ ਲਪੇਟ 'ਚ ਆ ਜਾਂਦਾ ਸਰੀਰ, ਮੁੜ ਸਰੀਰ ਵੀ ਨਹੀਂ ਵੇਖਦਾ ਜੀ। ਪਹਿਲਾਂ ਤੇ ਸਰੀਰ ਦੇ ਦਰਸ਼ਨ ਹੁੰਦੇ ਆ, ਪਰ ਮੁੜ ਸਰੀਰ ਦੇ ਵੀ ਦਰਸ਼ਨ ਨਹੀਂ ਹੁੰਦੇ ਜੀ। ਉਸ ਦਿਨ ਤੋਂ ਬਾਅਦ ਹੁਣ ਜੇ ਕਿਸੇ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਹੋਣ, ਉਹਨੂੰ ਬੜੀ ਬਾਣੀ ਦਾ ਅਭਿਆਸ ਕਰਨ ਦੀ ਲੋੜ ਹੈਗੀ ਹੈ ਜੀ। ਹਾਂਜੀ, ਬੈਠ ਬਾਪਿਕਾ ਪਰ ਸਮੁਦਾਏ। ਸਾਰੇ ਫਿਰ ਹੌਲੀ ਹੌਲੀ ਚੱਲ ਕੇ ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਸਮੇਤ, ਬਾਬਾ ਬੁੱਢਾ ਸਾਹਿਬ ਜੀ ਸਮੇਤ ਸਾਰੇ ਆਏ। ਬੌਲੀ ਸਾਹਿਬ ਦੇ ਲਾਗੇ ਬਹਿ ਗਏ ਜੀ, ਉਸ ਥੜੇ ਦੇ ਲਾਗੇ ਬਹਿ ਗਏ ਜਿੱਥੇ ਗੁਰੂ ਅਮਰਦਾਸ ਜੀ ਬੈਠਦੇ ਹੁੰਦੇ ਸੀਗੇ ਜੀ। ਉੱਥੇ ਬੈਠ ਗਏ ਸਾਰੇ ਆ ਕੇ ਜੀ। ਹਾਂਜੀ, ਗੁਣ ਗਨ ਸਿਮਰਹਿ ਸਭ ਗੁਰ ਕੇਰੇ। ਤੇ ਸਾਰੇ ਕੀ ਕਰਨ ਦੇ ਆ? ਉਹ ਮਹਾਰਾਜ ਦੇ ਗੁਣ ਚੇਤਾ ਕਰਨ ਦੇ ਜੀ। ਏਡੇ ਦਿਆਲੂ, ਕਿਰਪਾਲੂ। 22 ਸਾਲ ਮਹਾਰਾਜ ਗੁਰਤਾ ਗੱਦੀ ਤੇ ਰਹੇ ਜੀ। 22 ਸਾਲ ਜੀ, 22 ਸਾਲ 5 ਮਹੀਨੇ 11 ਦਿਨ ਜੀ। ਤੇ ਕਮਾਲ ਦੀ ਗੱਲ ਇਹ ਹੈ ਵੀ ਇੰਨੇ ਸਮੇਂ ਵਿੱਚ ਮਹਾਰਾਜ ਨੇ ਕਿਸੇ ਨੂੰ ਸਰੀਰ ਨਹੀਂ ਛੱਡਣ ਦਿੱਤਾ, ਮਰਨ ਨਹੀਂ ਦਿੱਤਾ ਕਿਸੇ ਨੂੰ ਜੀ। ਧਰਮਰਾਜ ਨੂੰ ਹੁਕਮ ਲਾ ਦਿੱਤਾ ਸੀਗਾ ਜੀ। ਮਹਾਰਾਜ ਦੇ ਗੁਣ ਚੇਤਾ ਕਰਨ ਦੇ ਸਾਰੇ। ਹਾਂਜੀ, ਅਸ ਪ੍ਰਤਾਪ ਹਮ ਕਿਸ ਹੋ ਨਾ ਹੇਰੇ। ਸੰਗਤਾਂ ਆਪਸ ਵਿੱਚ ਗੱਲ ਕਰਦੀਆਂ, ਇੰਨਾ ਵੱਡਾ ਪ੍ਰਤਾਪ, ਇੰਨਾ ਵੱਡਾ ਪ੍ਰਤਾਪ ਕਦੀ ਨਹੀਂ ਕਿਸੇ ਦਾ ਵੇਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਦੀ ਨਹੀਂ ਕਿਸੇ ਦਾ ਵੇਖਿਆ। ਆਪਸ ਵਿੱਚ ਸੰਗਤਾਂ ਬਚਨ ਕਰਨ ਦਈਆਂ, ਗੱਲਾਂ ਕਰ ਰਹੀਆਂ ਜੀ। ਹਾਂਜੀ, ਧਰਮ ਰਾਏ ਕੀ ਕਾਣ ਚੁਕਾਈ। ਕੀ ਪ੍ਰਤਾਪ! ਧਰਮ ਰਾਜੇ ਦਾ ਡਰ ਹੀ ਨਹੀਂ ਰਹਿਣ ਦਿੱਤਾ ਕਿਸੇ ਨੂੰ ਜੀ। ਹਾਂਜੀ, ਗੋਇੰਦਵਾਲ ਨਾ ਕਿਸਮ੍ਰਿਤ ਪਾਈ। ਮਹਾਰਾਜ ਦੇ ਹੁੰਦਿਆਂ ਗੋਇੰਦਵਾਲ ਸਾਹਿਬ ਚ ਕਿਸੇ ਨੂੰ ਸਰੀਰ ਨਹੀਂ ਤਿਆਗਣਾ ਪਿਆ ਜੀ। ਕਿਸੇ ਦੀ ਮੌਤ ਨਹੀਂ ਹੋਈ ਜੀ। ਬਚਨ ਮਹਾਰਾਜ ਨੇ ਕਰ ਦਿੱਤਾ ਸੀ ਧਰਮ ਰਾਜੇ ਨੂੰ ਵੀ ਖਬਰਦਾਰ ਇਸ ਪਾਸੇ ਆਇਆ ਤੇ।
ਇਸ ਤੇ ਪਰੇ ਅਪਰ ਵਡਿਆਈ। ਹੋਰ ਕੀ ਵੱਡੀ ਵਡਿਆਈ ਹੋਏਗੀ ਜੀ, ਜਿਨ੍ਹਾਂ ਤੋਂ ਜੰਮ ਵੀ ਡਰਦਾ, ਧਰਮ ਰਾਜਾ ਵੀ ਡਰਦਾ ਜੀ। ਹਾਂਜੀ, ਕਰ ਉਪਕਾਰ ਕਹੋ ਕਿਆ ਪਾਈ। ਸੰਗਤਾਂ ਕਹਿ ਰਹੀਆਂ ਮਹਾਰਾਜ ਦੇ ਉਪਕਾਰ ਕਿੰਨੇ ਕੁ ਗਣੀਏ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੰਗਤਾਂ ਕਹਿੰਦੀਆਂ ਮਹਾਰਾਜ ਦੇ ਗੁਣ ਨਹੀਂ ਗਿਣੇ ਜਾ ਸਕਦੇ। ਹਾਂਜੀ, ਰਾਮਚੰਦ ਕੇ ਰਾਜ ਮਝਾਰਾ। ਜਿਵੇਂ ਸ਼੍ਰੀ ਰਾਮਚੰਦਰ ਜੀ ਦਾ ਰਾਜ ਸੀਗਾ। ਹਾਂਜੀ, ਹਮਨੇ ਸੁਨਿਓ ਭਇਓ ਤਿਸ ਬਾਰਾ। ਸੁਣਿਆ ਵੀ ਰਾਮ ਰਾਜ ਵਿੱਚ, ਸ਼੍ਰੀ ਰਾਮ ਜੀ ਦੇ ਰਾਜ ਵਿੱਚ, ਹਾਂਜੀ, ਬ੍ਰਿਧ ਨੇ ਆਗੇ ਮਰਿਓ ਨਾ ਬਾਲਕ। ਵੀ ਉਥੇ ਮਾਂ ਪਿਓ ਦੇ ਸਾਹਮਣੇ ਬੱਚਾ ਨਹੀਂ ਸੀ ਮਰਿਆ ਜੀ। ਹਾਂਜੀ, ਕੋ ਮ੍ਰਿਤ ਭਾ ਜਿਵਾਏ ਤਤਲਾਇ। ਜੇ ਮਰ ਜਾਂਦਾ ਸੀ ਤੇ ਉਹਨੂੰ ਜਿਉਂਦਾ ਕਰ ਦਿੰਦੇ ਸਨ ਜੀ। ਹਾਂਜੀ, ਇੰਨੇ ਨਗਰ ਬ੍ਰਿਧ ਜਿਸ ਤਰੁਨ। ਹਾਂਜੀ, ਭਇਓ ਨਹੀਂ ਕਿਸਹੂ ਕੋ ਮਰਨ। ਇਨਕੇ ਨਗਰ ਬ੍ਰਿਧ ਸਿਸ ਤਰੁਨ, ਭਇਓ ਨਹੀਂ ਕਿਸਕੂ ਹੂੰ ਕੋ ਮਰਨ। ਰਾਮ ਰਾਜ ਵਿੱਚ ਤਾਂ ਇਹ ਸੀ ਵੀ ਮਾਂ ਪਿਓ ਦੇ ਸਾਹਮਣੇ ਬੱਚਾ ਨਹੀਂ ਸੀ ਮਰਦਾ ਜੀ। ਬੜਾ ਵੱਡਾ ਦੁੱਖ ਹੈ ਜੀ। ਕਈਆਂ ਦੇ ਇਕੱਲੇ ਇਕੱਲੇ ਹੁੰਦੇ, ਪਰ ਕਹਿਣ ਲੱਗੇ ਗੁਰੂ ਅਮਰਦਾਸ ਜੀ ਦਾ ਤੇ ਰਾਜ ਐਸਾ, ਬੱਚਾ ਛੱਡੋ ਕਿਸੇ ਦੀ ਵੀ ਜਾਨ ਨਹੀਂ ਜਾਣ ਦਿੱਤੀ ਜੀ। ਕਿਸੇ ਬੁੱਢੇ ਨੂੰ ਵੀ ਨਹੀਂ ਮਰਨ ਦਿੱਤਾ ਮਹਾਰਾਜ ਨੇ ਜੀ। ਜੋ ਮਰ ਗਇਓ ਸੋ ਦਇਓ ਜਿਵਾਏ। ਜੇ ਕੋਈ ਮਰ ਜਾਂਦਾ ਉਹਨੂੰ ਤਤਕਾਲ ਜਿਉਂਦਾ ਕਰਦੇ। ਮੈਂ ਪਹਿਲਾਂ ਬੇਨਤੀ ਕੀਤੀ, ਗੁਰੂ ਜੀ ਜੋ ਮਰਜ਼ੀ ਕਰ ਸਕਦੇ ਆ, ਪਰ ਆਪਣੀ ਇੱਛਾ ਅਨੁਸਾਰ ਸਰੀਰ ਤਿਆਗਿਆ ਮਹਾਰਾਜ ਨੇ ਜੀ। ਜਿਹੜੇ ਦੂਜਿਆਂ ਨੂੰ ਜਿਉਂਦਾ ਕਰ ਸਕਦੇ, ਉਹਨਾਂ ਵਾਸਤੇ ਆਪਣੀ ਕੀ ਗੱਲ ਹੈਗੀ ਜੀ। ਇਤਿਆਦਿਕ ਗੁਣ ਗੁਰ ਸਮੁਦਾਏ। ਇਸ ਤਰੀਕੇ ਨਾਲ ਸੰਗਤਾਂ ਬੈਠੀਆਂ ਮਹਾਰਾਜ ਦੇ ਗੁਣ ਗਾਉਂਦੀਆਂ, ਗੁਣ ਚੇਤਾ ਕਰਦੀਆਂ। ਹਾਂਜੀ, ਸਿਮਰੇ ਸ਼ੋਕ ਨ ਕਰੇ ਸੋ ਕੋਈ। ਤੇ ਯਾਦ ਕਰਦੇ ਆ, ਪਰ ਮਹਾਰਾਜ ਦਾ ਹੁਕਮ ਹੈ ਨਾ, ਅਫਸੋਸ ਨਹੀਂ ਕੋਈ ਕਰਦਾ ਵੀ ਮਾੜਾ ਹੋਇਆ, ਐਦਾਂ ਨਹੀਂ ਕਹਿੰਦੇ ਜੀ। ਪਰਮੇਸ਼ਰ ਦਾ ਭਾਣਾ। ਹਾਂਜੀ, ਗੁਰ ਕੋ ਬਾਗ ਚਿਤਾਰਤ ਸੋਈ। ਉਹ ਸਾਰੇ ਮਹਾਰਾਜ ਦਾ ਬਚਨ ਚੇਤਾ ਕਰਦੇ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਬੈਰਾਗ ਨਹੀਂ ਕਰਦੇ, ਪਰ ਚੇਤਾ ਕਰਦੇ ਆ। ਹਿਰਦਾ ਭਰਿਆ ਹੋਇਆ ਜੀ। ਹਾਂਜੀ, ਹਮੇ ਬਸਾਇਓ ਸਭ ਸੁਖ ਦੀਨੇ। ਵਾਹ 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 ਵਾਹ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਪ੍ਰੇਮ ਨਾਲ ਗੱਜ ਕੇ। ਵਾਹਿਗੁਰੂ। ਸੰਗਤਾਂ ਆਪਸ ਵਿੱਚ ਬਚਨ ਕਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਨੂੰ ਵਸਾਇਆ ਇੱਥੇ, ਸਾਨੂੰ ਸੁੱਖ ਦਿੱਤੇ ਆ ਮਹਾਰਾਜ ਗਰੀਬ ਨਵਾਜ ਜੀ ਨੇ। ਉਹਨਾਂ ਦੀ ਕਿਰਪਾ ਨਾਲ ਅਸੀਂ ਰਹਿ ਰਹੇ ਹਾਂ, ਵਸ ਰਹੇ ਹਾਂ। ਹਾਂਜੀ, ਸੋ ਨਾ ਹੋਏ ਚਿਤ ਚਿੰਤਾ ਭੀਨੇ। ਜੇ ਮਹਾਰਾਜ ਗਰੀਬ ਨਵਾਜ ਜੀ ਨਾ ਹੁੰਦੇ ਤੇ ਅਸੀਂ ਤਾਂ ਚਿੰਤਤ ਹੀ ਰਹਿਣਾ ਸੀਗਾ ਜੀ। ਕਿੱਥੇ ਰਹਿਣਾ ਸੀ, ਕੀ ਕਰਨਾ ਸੀਗਾ। ਇਹ ਮਹਾਰਾਜ ਨੇ ਕਿਰਪਾ ਕੀਤੀ ਸਾਰੀ ਜੀ। ਹਾਂਜੀ, ਦੋਹਰਾ ਚੰਦ ਅਗਨ ਰਸਮਹੀ, ਗਿਨ ਭਾਦੋਂ ਪੂਰਨ ਮਾਸ। ਗੱਜ ਕੇ ਆਖੋ ਵਾਹਿਗੁਰੂ। ਚੰਦ ਇੱਕ, ਅਗਨੀ ਤਿੰਨ, ਤੇ ਮਹੀ ਇੱਕ, ਭਾਵ ਸਾਧ ਸੰਗਤ ਜੀ 1631 ਬਿਕਰਮੀ ਨੂੰ ਭਾਦੋਂ ਦੀ ਪੁੰਨਿਆ ਵਾਲੇ ਦਿਨ। ਕੁਝ ਦਿਨ ਮੈਂ ਸ਼੍ਰੀ ਸਤਿਗੁਰੂ ਜੋਤੀ ਜੋਤ ਮਿਲਾਸ। ਮੰਗਲਵਾਰ ਵਾਲਾ ਦਿਨ ਸੀਗਾ ਜੀ ਉਸ ਦਿਨ ਜੀ। ਗੱਜ ਕੇ ਆਖੋ। ਤੇ ਮਹਾਰਾਜ ਗਰੀਬ ਨਵਾਜ ਕੁਝ ਦਿਨ ਰਹਿੰਦਿਆਂ, ਭਾਵ ਦਿਨ ਥੋੜਾ ਪਿਆ ਸੀਗਾ, ਉਦੋਂ ਸਾਰਿਆਂ ਨੂੰ ਦਰਸ਼ਨ ਦੇ ਕੇ ਮਹਾਰਾਜ ਨੇ ਸਰੀਰ ਤਿਆਗ ਦਿੱਤਾ। ਜੋਤੀ ਜੋਤ ਸਮਾ ਗਏ ਜੀ। ਹਾਂਜੀ, ਪੰਚ ਮਾਸ 22 ਵਰਖ, ਦਿਵਸ ਇਕਾਦਸ ਔਰ। ਸਾਧ ਸੰਗਤ ਜੀ 22 ਸਾਲ 5 ਮਹੀਨੇ ਤੇ 11 ਦਿਨ ਸੱਚੇ ਪਾਤਸ਼ਾਹ ਪਤਸ਼ਾਹੀ ਜਗ ਮਹਿ ਕਰੀ, ਭੱਲਿਆਨ ਕੁਲ ਸਿਰ ਮੌਰ। ਪਾਤਸ਼ਾਹੀ ਕੀਤੀ ਗੁਰਤਾ ਗੱਦੀ ਤੇ ਬੈਠ ਕੇ। ਭੱਲਿਆਂ ਦੀ ਕੁੱਲ ਵਿੱਚ ਨੇ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਨੇ ਭੱਲਿਆਂ ਦੀ ਕੁੱਲ ਵਿੱਚ ਆਗਮਨ ਧਾਰਨ ਕੀਤਾ। ਭੱਲਿਆਂ ਦੀ ਕੁੱਲ ਮਹਾਨ ਕਰ ਦਿੱਤੀ ਮਹਾਰਾਜ ਨੇ ਜੀ। ਹਾਂਜੀ, ਕਬਿਤ ਖੋਲੇ ਹੈ ਖਜ਼ਾਨੇ, ਕਰਾਮਾਤ ਕੇ ਮਹਾਨੇ। ਨਿਤ ਦੇਤ ਸਿੱਖ ਦਾਨੇ, ਬਰੁਨਾਨੇ ਅਨੁਗਨ ਹੈ। ਹੁਣ ਅੱਗੋਂ ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਭਾਈ ਸਿੱਖੋ, ਗੁਰੂ ਅਮਰਦਾਸ ਜੀ ਨੇ ਕਰਾਮਾਤ ਦੇ ਖਜ਼ਾਨੇ ਹੀ ਖੋਲ ਦਿੱਤੇ ਸੀਗੇ ਜੀ। ਖਜ਼ਾਨਾ ਹੀ ਸੀਗਾ, ਮਰਨ ਹੀ ਨਹੀਂ ਦਿੱਤਾ ਕਿਸੇ ਨੂੰ ਜੀ।
ਹਾਂਜੀ। फिर खोले हैं खजाने करामात के महाने, नित नित सिख दाने बरसाने अन गन है। नित ही महाराज ने सिखां नूं सुख दिता जी, बख्शिशां कीतियां। वेखो करामात ही है, जोड़े दे ते जाओ जिहड़ा मर्जी पागलपन ठीक कर दिओ। हाँ जी, करामात ही है। एक पिंगले कोड़ी नूं राजी करके नाम दी दात दित्ती ते उहनूं प्रचारक बनाया महाराज ने जी। ਕਹਿੰਦੇ ਮਹਾਰਾਜ ਗਰੀਬ ਨਵਾਜ ਜੀ ਨੇ ਸਿੱਖਾਂ ਦੇ ਉੱਤੇ ਮਿਹਰਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ। ਬਰਸਾਨੇ ਅਨਗਨ ਹੈ, ਕਿੰਨਿਆਂ ਕੁ ਨੂੰ ਵਰੋਸਾਇਆ, ਨਾਮ ਦੀਆਂ ਦਾਤਾਂ ਦਿੱਤੀਆਂ, ਪਦਾਰਥ ਦਿੱਤੇ, ਸੁੱਖ ਦਿੱਤੇ, ਇਹਨਾਂ ਦੀ ਤੇ ਗਿਣਤੀ ਨਹੀਂ ਹੈਗੀ ਜੀ। ਹਾਂਜੀ। ਕਾਟ ਤੇ ਕਲੇਸ਼ ਉਪਦੇਸ਼ ਦੇ ਮਹੇਸ਼ ਸਮ। ਕਹਿਣ ਲੱਗੇ ਮਹਾਰਾਜ ਉਪਦੇਸ਼ ਦੇ ਕੇ ਕਲੇਸ਼ ਹੀ ਦੂਰ ਕਰ ਦਿੰਦੇ ਜੀ। ਉਪਦੇਸ਼ ਤੇ ਵੱਡੀ ਗੱਲ ਹੈ ਨਾ ਜੀ। ਜਿਹੜਾ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈਂਦਾ ਸੀ ਨਾ ਜੀ, ਉਹ ਵੀ ਸ਼ਾਂਤ ਹੋ ਜਾਂਦਾ, ਉਹਦੇ ਕਲੇਸ਼ ਵੀ ਦੂਰ ਹੋ ਜਾਂਦੇ ਸਨ ਜੀ। ਹਾਂਜੀ। ਪਾਏ ਕੇ ਵਿਸ਼ੇਸ਼ ਭਏ ਸੇਵੇ ਤਨ ਮਨ ਹੈ। ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸੇਵਕਾਂ ਨੇ ਤਨ ਮਨ ਨਾਲ ਸੇਵਾ ਕੀਤੀ ਤੇ ਗੁਰੂ ਜੀ ਨੇ ਫਿਰ ਉਹਨਾਂ ਨੂੰ ਵੱਡੀਆਂ ਵਡਿਆਈਆਂ ਦਿੱਤੀਆਂ, ਬਖਸ਼ਿਸ਼ਾਂ ਦਿੱਤੀਆਂ। ਤੁਸੀਂ ਸੁਣਿਆ ਨਾ ਜੀ, ਉਹ ਦੋ ਸਿੱਖ ਆ ਗਏ ਸਨ ਮਹਾਰਾਜ ਜੀ ਦੇ ਕੋਲ ਜੀ, ਤੇ ਭਾਈ ਫਿਰਿਆ ਜੀ ਤੇ ਕਟਾਰਾ ਜੀ, ਬੜੀ ਉਹਨਾਂ ਸੇਵਾ ਕੀਤੀ। ਮਹਾਰਾਜ ਕਹਿੰਦੇ ਜਾਓ ਜੋਗੀਆਂ ਦੇ ਮੱਠ ਤੋੜ ਦਿਓ, ਤੁਹਾਡੀ ਜੈ ਜੈਕਾਰ ਹੋਏਗੀ, ਨਾਮ ਜਪਾਇਓ। ਉਹਨਾਂ ਦੀ ਜੈ ਜੈਕਾਰ ਹੋਈ ਜੀ। ਫਿਰ ਜੀ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੀਆਂ ਉਹਨਾਂ ਬਖਸ਼ਿਸ਼ਾਂ ਹਾਸਲ ਕੀਤੀਆਂ ਮਹਾਰਾਜ ਦੇ ਚਰਨਾਂ 'ਚ। ਹਾਂਜੀ। ਗੁਣ ਕੋ ਨ ਅੰਤ ਭਗਵੰਤ ਬੇਕ ਸੰਤ ਧਾਰ। ਕਹਿੰਦੇ ਗੁਣਾਂ ਦਾ ਗੁਰੂ ਅਮਰਦਾਸ ਜੀ ਵਿੱਚ ਗੁਣ ਇੰਨੇ ਸਨ ਵੀ ਅੰਤ ਹੀ ਨਹੀਂ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਭਗਵੰਤ ਬੇਖ ਸੰਤ ਧਰ। ਕਹਿਣ ਲੱਗੇ ਆਪ ਭਗਵੰਤ ਪਰਮੇਸ਼ਰ ਨੇ ਸੰਤਾਂ ਦਾ ਰੂਪ ਧਾਰਨ ਕਰਕੇ, ਸੰਤ ਦਾ ਰੂਪ ਧਾਰਨ ਕਰਕੇ ਗੁਰੂ ਅਮਰਦਾਸ ਜੀ ਦਾ ਰੂਪ ਬਣਾ ਕੇ ਧਰਤੀ ਤੇ ਆਏ ਆਪ ਵਾਹਿਗੁਰੂ ਜੀ। ਹਾਂਜੀ। ਆਦ ਨਾ ਅਨੰਤ ਜਾਹੇ ਭਜੇ ਮਨ ਜਨ ਹੈ। ਉਹ ਵਾਹਿਗੁਰੂ ਪਰਮੇਸ਼ਰ ਸਨ ਗੁਰੂ ਅਮਰਦਾਸ ਜੀ, ਜਿਨ੍ਹਾਂ ਦਾ ਨਾ ਆਦ ਨਾ ਅੰਤ, ਨਾ ਸ਼ੁਰੂਆਤ ਨਾ ਐਂਡ, ਜਿਨ੍ਹਾਂ ਨੂੰ ਮਨ ਜਨ ਭਗਤ ਜਨ ਸੇਵਦੇ ਰਹਿੰਦੇ ਅੱਠੇ ਪੈਰ ਦੀ। ਹਾਂਜੀ। ਸ਼੍ਰੀ ਗੁਰ ਅਮਰਪਤ ਅਮਰ ਸੰਤੋਖ ਸਿੰਘ। ਕਹਿੰਦੇ ਹੇ ਸੰਤੋਖ ਸਿੰਘ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਮਰ ਹਨ। ਅਮਰ ਦਾ ਕੀ ਮਤਲਬ ਹੁੰਦਾ ਜੀ? ਜਿਹੜਾ ਮਰੇ ਨਾ। ਅਮਰ, ਅਮਰ ਜਿਹੜਾ ਮਰੇ ਨਾ। ਕਹਿੰਦੇ ਗੁਰੂ ਅਮਰਦਾਸ ਸਾਹਿਬ ਹੈ ਹੀ ਅਮਰ ਨੇ, ਗਏ ਥੋੜੀ ਮਹਾਰਾਜ ਕਿਤੇ। ਸਤਿਗੁਰ ਮੇਰਾ ਸਦਾ ਸਦਾ, 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 ਸਤਿਗੁਰ ਮੇਰਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਮਹਾਰਾਜ ਅਮਰ ਨੇ ਤੇ ਮਹਾਰਾਜ ਗਰੀਬ ਨਵਾਜ ਅਮਰ ਹਨ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਹਾਂਜੀ। ਅਮਰ ਕਰਤ ਦਾਸ ਸਦਾ ਧਨ ਧਨ ਹੈ। ਦਾਸ ਵੀ ਅਮਰ ਕਰ ਦਿੱਤੇ ਮਹਾਰਾਜ ਨੇ। ਆਪ ਗੁਰੂ ਅਮਰਦਾਸ ਜੀ ਅਮਰ ਨੇ, ਗੁਰੂ ਜੀ ਦੇ ਸੇਵਕ ਵੀ ਅਮਰ ਨੇ। ਮਹਾਰਾਜ ਧੰਨ ਹਨ, ਧੰਨ ਹਨ। ਕਬਿਤ ਦੁਬਾਰਾ ਸੁਣ ਲੋ। ਖੋਲੇ ਹੈ ਖਜ਼ਾਨੇ ਕਰਮਾਤ ਕੇ ਮਹਾਨੇ, ਨਿਤ ਦੇਤ ਸਿੱਖ ਦਾਨੇ ਬਰਸਾਨੇ ਅਨ ਗਨ ਹੈ। ਕਾਟ ਤੇ ਕਲੇਸ਼ ਉਪਦੇਸ਼ ਦੇ ਮਹੇਸ਼ ਸਮ, ਪਾਏ ਕੈ ਵਿਸ਼ੇਸ਼ ਭਏ ਸੇਵੇ ਤਨ ਮਨ ਹੈ। ਗੁਣ ਕੋ ਨਾਮਤ ਭਗਵੰਤ ਬੇਖ ਸੰਤ ਧਾਰ, ਆਦ ਨਾ ਅਨੰਤ ਜਾਹੇ ਭਜੈ ਮੁਨ ਜਨ ਹੈ। ਸ਼੍ਰੀ ਗੁਰੂ ਅਮਰਪਤ ਅਮਰ ਸੰਤੋਖ ਸਿੰਘ, ਅਮਰ ਕਰਤ ਦਾਸ ਸਦਾ ਧਨ ਧਨ ਹੈ। ਇਹ ਫਿਰ ਕਬਿਤ ਮਹਾਰਾਜ ਦੀ ਸ਼ਾਨ ਵਿੱਚ, ਵਡਿਆਈ ਵਿੱਚ ਉਚਾਰਿਆ। ਦੋਹਰਾ ਸ਼੍ਰੀ ਅੰਗਦ ਗੁਰ ਅਮਰ ਕੀ ਕਥੀ ਕਥਾ ਚਿਤ ਲਾਏ। ਕਹਿਣ ਲੱਗੇ ਮੈਂ ਬੜਾ ਚਿੱਤ ਲਾ ਕੇ
ਧੰਨ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੀ ਕਥਾ ਕਹੀ ਹੈ। ਭਾਈ ਰਾਸ ਪੂਰਨ ਇਹਾ ਪੂਰਨ ਬਿਗਨ ਸਮੁਦਾਏ। ਇੱਥੇ ਕਿਉਂਕਿ ਸੂਰਜ ਦੇ ਨਾਲ ਆਧਾਰਿਤ ਇਹ ਗ੍ਰੰਥ ਹੈ, ਗੁਰ ਪ੍ਰਤਾਪ ਸੂਰਜ ਗ੍ਰੰਥ। ਸੂਰਜ ਦੀਆਂ 12 ਰਾਸਾਂ ਹੁੰਦੀਆਂ ਸਾਧ ਸੰਗਤ ਜੀ। ਇੱਥੇ ਕਹਿੰਦੇ ਪਹਿਲੀ ਰਾਸ ਦੀ ਸੰਪੂਰਨਤਾ ਹੀ ਹੋਈ ਹੈ। ਇੱਕ ਰਾਸ ਚੋਂ ਬਦਲ ਕੇ ਸੂਰਜ ਦੂਜੀ ਰਾਸ ਵਿੱਚ ਜਾਂਦਾ ਤੇ ਪ੍ਰਕਿਰਤੀ ਦੀ ਕਿਰਿਆ। ਗ੍ਰੰਥ ਵੀ ਸੂਰਜ ਵਰਗਾ ਹੈ। ਅੱਜ ਪਹਿਲੀ ਰਾਸ ਚੋਂ ਪਹਿਲੀ ਰਾਸ ਸਮਾਪਤ ਹੋਈ ਹੈ, ਕੱਲ ਨੂੰ ਆਪਾਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਾਂਗੇ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਕਵੀ ਸੰਤੋਖ ਸਿੰਘ ਵੇਖੋ ਕਿੱਡੀ ਮਹਾਨ ਸੁੰਦਰ ਕਥਾ ਲਿਖੀ ਹੈ। ਜਿਨ੍ਹਾਂ ਮੂਰਖਾਂ ਦੇ ਪੱਲੇ ਕੁਝ ਨਹੀਂ ਹੈਗਾ ਉਹ ਕਵੀ ਸੰਤੋਖ ਸਿੰਘ ਜੀ ਦੀ ਨਿੰਦਾ ਕਰੀ ਜਾਂਦੇ ਜੀ। ਜਿਨ੍ਹਾਂ ਦੇ ਪੱਲੇ ਹੀ ਕੁਝ ਨਹੀਂ ਹੈਗਾ ਜੀ, ਉਹ ਨੈੱਟ ਤੇ ਭਰਿਆ ਪਿਆ ਜੀ, ਤੁਸੀਂ ਸੁਣੀ ਵੇਖੀ ਜਾਓ ਭਾਵੇਂ, ਪਰ ਨਾ ਹੀ ਸੁਣਿਓ ਤੇ ਚੰਗੀ ਗੱਲ ਹੈਗੀ ਜੀ। ਇਹ ਬੜੇ ਮੂਰਖ ਲੋਕ ਹੈਗੇ ਆ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਗੁਰੂ ਜੀ ਦੀ ਬੜੀ ਵੱਡੀ ਵਡਿਆਈ ਹੈ, ਬੜੀ ਵੱਡੀ ਵਡਿਆਈ ਹੈ। ਤੇ ਸੱਚੇ ਪਾਤਸ਼ਾਹ ਜੀ ਦੀ ਇਹ ਵਡਿਆਈ ਸਾਡੇ ਹਿਰਦੇ ਵਿੱਚ ਵਸੇ, ਐਸੀ ਮਹਾਰਾਜ ਕਿਰਪਾ ਕਰਨ। ਆਓ ਇੱਕ ਵਾਰੀ ਪੰਕਤੀ ਗੁਰੂ ਅਮਰਦਾਸ ਜੀ ਦੀ ਪੜ੍ਹ ਦਿਓ ਤੇ ਫਿਰ ਆਪਾਂ ਸਾਰੀ ਸੰਗਤ ਮਹਾਰਾਜ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਹਿਰਦੇ 'ਚ ਨਾਮ ਦੀਆਂ ਦਾਤਾਂ ਵਸਣ। ਬਾਣੀ ਪੜ੍ਹਦਿਆਂ ਸੁਰਤ ਜੁੜੇ, ਪ੍ਰੇਮ ਪੈਦਾ ਹੋਵੇ, ਸੇਵਾ ਕਰਨ ਨੂੰ ਸਾਡਾ ਜੀ ਕਰੇ। ਗੁਰੂ ਜੀ ਦੇ ਹਿਰਦੇ ਵਿੱਚ ਗੁਣ ਆਪਾਂ ਧਾਰਨ ਕਰ ਸਕੀਏ, ਐਸੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਬੜੇ ਪਿਆਰ ਦੇ ਨਾਲ ਸਾਰੀ ਸੰਗਤ ਆਖੋ ਜੀ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਜਿਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਜੀ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਦੁਖ ਦਰਿਦਰ ਪਰ ਹਰ ਪਰੈ, ਦੁਖ ਦਰਿਦਰ ਪਰ ਹਰ ਪਰੈ, ਦੁਖ ਦਰਿਦਰ ਪਰ ਹਰ ਪਰੈ, ਦੁਖ ਦਰਿਦਰ ਪਰ ਹਰ ਪਰੈ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ, ਦੁਖ ਦਰਿਦਰ ਪਰ ਹਰ ਪਰੈ, ਦੁਖ ਦਰਿਦਰ ਪਰ ਹਰ ਪਰੈ। ਮਹਾਰਾਜ ਕਿਰਪਾ ਕਰਨ, ਸਾਡੇ ਦੁੱਖ ਦਰਿਦਰ ਕਲੇਸ਼ਾਂ ਦੂਰ ਹੋਣ। ਜੇ ਚਾਹੁੰਦੇ ਹੋ ਤੇ ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ